ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਵਾਂ ਅਧਿਆਇ। ਅਥ ਸਪਤਮੋ ਅਧਿਆਇ ਪ੍ਰਾਰੰਭ। ਦੋਹਰਾ ਵਾਕ ਨਿਰੂਪਣ ਅਬ ਕਰੇ। ਸਪਤਮ ਅਧਿਆਇ ਮਝਾਰ। ਛੰਦ ਰੁਦਰ ਮਤ ਸ਼ੂਦਰ ਕੋ ਕਰਤ ਸਮੁੰਦਰ ਪ੍ਰਕਾਰ। ਵਾਕ ਨਿਰੂਪਣ ਅਬ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਵਾਂ ਅਧਿਆਇ ਅੱਜ ਆਪਾਂ ਵਿਚਾਰਨ ਲੱਗੇ ਹਾਂ। ਸਤਵੇਂ ਅਧਿਆਇ ਦੇ ਜਿਹੜਾ ਹੈ ਵਿੱਚ ਪੰਡਿਤ ਹਰਦਿਆਲ ਜੀ ਚੰਗੇ ਜਿਹੜੇ ਬੋਲ ਚੰਗੇ ਬਚਨਾਂ ਦਾ ਬਿਆਨ ਕਰਨਗੇ ਕਿ ਕਿਹੜੇ ਬਚਨ ਬੋਲਣੇ ਚਾਹੀਦੇ ਆ, ਕਿਹੜੇ ਬਚਨ ਨਹੀਂ ਬੋਲਣੇ ਚਾਹੀਦੇ, ਉਸ ਦਾ ਇੱਥੇ ਕਥਨ ਕੀਤਾ ਹੈ। ਆਓ ਅੱਜ ਆਪਾਂ ਸਤਵੇਂ ਅਧਿਆਇ ਦੀ ਜਿਹੜੀ ਵਿਚਾਰ ਆ ਉਹ ਪ੍ਰਾਰੰਭ ਕਰੀਏ ਜੀ। ਸਤਵਾਂ ਅਧਿਆਇ ਅਥ ਸਪਤਮ ਅਧਿਆਇ ਪ੍ਰਾਰੰਭ। ਅਥ ਹੁਣ ਸਾਰਗਤਾਵਲੀ ਗ੍ਰੰਥ ਦਾ ਸਪਤਮੋਂ ਕਈ ਸਤਵਾਂ ਜਿਹੜਾ ਅਧਿਆਇ ਆ ਜਾਂ ਅਧਿਆਇ ਆ ਉਹ ਪ੍ਰਾਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ। ਦੋਹਰਾ ਵਾਕ ਨਿਰੂਪਣ ਅਬ ਕਰੇ। ਅਬ ਕਹੀਏ ਹੁਣ, ਅਥ ਕਹੀਏ ਹੁਣ, ਦੋਵੇਂ ਇੱਕੋ ਅਰਥ ਹੁੰਦੇ। ਅਬ ਦਾ ਕਹੀਏ ਹੁਣ ਸਾਰਗਤਾਵਲੀ ਗ੍ਰੰਥ ਦੇ ਇਸ ਸਪਤਮ ਕਹੀਏ ਸਾਰਗਤਾਵਲੀ ਗ੍ਰੰਥ ਦੇ ਅਰਥ ਵਾਸਤੇ ਸਪਤਮ ਅਧਿਆਇ ਮਝਾਰ। ਹੁਣ ਕਹਿੰਦੇ ਸਾਰਗਤਾਵਲੀ ਗ੍ਰੰਥ ਦੇ ਇਹ ਸਤਵੇਂ ਅਧਿਆਇ ਦੇ ਮਝਾਰ ਕਹੀਏ ਵਿੱਚ ਜਿਹੜੇ ਯਥਾਰਥ ਸੱਚੇ ਤੇ ਸੁੰਦਰ ਸੋਹਣੇ ਮਨਮੋਹਣੇ ਵਾਕ ਆ, ਵਾਕ ਕਹੀਏ ਬਚਨ, ਉਹਨਾਂ ਦਾ ਨਿਰੂਪਣ ਕਹਿੰਦੇ ਕਰੇ ਕਹੀਏ ਕਰਾਂਗੇ। ਕਰੇ ਦਾ ਅਰਥ ਹੁੰਦਾ ਹੈ ਕਰਾਂਗੇ। ਹੁਣ ਸਤਵੇਂ ਅਧਿਆਇ ਦੇ ਵਿੱਚ ਕਹਿੰਦੇ ਸੋਹਣੇ ਸੁੰਦਰ ਮਨਮੋਹਣੇ ਬਚਨਾਂ ਦਾ ਬਿਆਨ ਕਰਾਂਗੇ ਕਿ ਕਿਹੜੇ ਬਚਨ ਜਿਹੜੇ ਆ ਮਨੁੱਖ ਨੂੰ ਜ਼ਿੰਦਗੀ ਵਿੱਚ ਰਹਿੰਦੇ ਆ ਬੋਲਣੇ ਚਾਹੀਦੇ, ਕਿਹੜੇ ਨਹੀਂ, ਕਿਹੜਿਆਂ ਬਚਨਾਂ ਕਰਕੇ ਨਫਾ ਹੁੰਦਾ ਅਤੇ ਕਿਹਨਾਂ ਕਰਕੇ ਨੁਕਸਾਨ ਹੁੰਦਾ। ਇਹਦਾ ਅਸੀਂ ਕਹਿੰਦੇ ਸਤਵੇਂ ਅਧਿਆਇ 'ਚ ਕਥਨ ਕਰਾਂਗੇ। ਇਹ ਵਿਦਿਆਰਥੀ ਜਨੋ ਧਿਆਨ ਦੇ ਕੇ ਤੁਸੀਂ ਸੁਣਨਾ ਜਿਹੜਾ ਕਰੋ। ਵਾਕ ਨਿਰੂਪਣ ਅਬ ਕਰੇ। ਬਚਨਾਂ ਦਾ ਕਥਨ ਅਬ ਕਹੀਏ ਹੁਣ, ਕਰੇ ਕਹੀਏ ਕਰਾਂਗੇ। ਕਿਥੇ ਸਪਤਮ ਅਧਿਆਇ ਮਝਾਰ ਸਪਤਵੇਂ ਅਧਿਆਇ ਦੇ ਵਿੱਚ। ਛੰਦ ਰੁਦਰ ਮਤ ਸ਼ੂਦਰ ਕੋ। ਜਿਸ ਅਧਿਆਇ ਦੇ ਜਿਹੜੇ ਸੰਪੂਰਨ ਛੰਦ ਆ ਉਹ ਕਹਿੰਦੇ ਰੁਦਰ 11। ਰੁਦਰ ਦਾ ਅਰਥ 11 ਛੰਦ ਹਨ, ਕਿਉਂਕਿ ਰੁਦਰ ਨਾਮ ਸ਼ਿਵ ਜੀ ਦਾ ਹੈ। ਸ਼ਿਵ ਜੀ ਦੇ 11 ਅਵਤਾਰ ਮੰਨੇ ਗਏ ਅਤੇ ਪੁਰਾਣਾਂ ਵਿੱਚ 11 ਰੁਦਰ ਇਹ ਮੰਨੇ ਆ। ਆਜ ਏਕ ਪਾਦ ਤੋਂ ਇਹ ਵਰਦਨ 3, ਪਿਨਾਕੀ 4, ਅਪਰਾਜਿਤ 5, ਤ੍ਰਯੰਬਕ 6, ਮਹੇਸ਼ਵਰ 7, ਵਿਸ਼ਵਾ ਕਪੀ 8, ਸ਼ੰਭੂ 9, ਹਰਨ 10, ਈਸ਼ਵਰ 11। ਭਾਵ 11 ਨਾਂ ਸ਼ਿਵ ਜੀ ਦੇ ਮੰਨੇ ਗਏ। ਇਸ ਕਰਕੇ ਰੁਦਰ ਪਦ ਤੋਂ 11 ਸੰਖਿਆ ਦਾ ਬੋਧਕ ਦਾ ਇੱਥੇ ਭਾਗ ਲਿਆ ਆ। ਅਤੇ ਰੁਦਰ ਜਿੱਥੇ ਇੱਦਾਂ ਗਿਣਤੀ ਛੰਦਾਂ ਦੇ ਵਿੱਚ ਕਿਤੇ ਆ ਜਾਏ ਲਿਖਿਆ ਸਮਝ ਲਓ 11 ਦਾ ਵਾਚ ਗਿਆ ਉੱਥੇ। ਅਤੇ ਰੁਦਰ ਨਾਮ ਸ਼ਿਵ ਜੀ ਦਾ, ਸ਼ਿਵ ਜੀ ਦੇ 11 ਅਵਤਾਰ ਮੰਨੇ ਆ। ਤਾਂ ਕਹਿੰਦੇ ਛੰਦ ਰੁਦਰ। ਜਿਸ ਅਧਿਆਇ ਦੇ ਛੰਦ ਜਿਹੜੇ ਆ ਰੁਦਰ ਕਹੀਏ 11 ਹਨ। ਠੀਕ ਹੈ ਜੀ। ਮਤ ਸ਼ੂਦਰ ਕੋ, ਜੋ ਸ਼ੂਦਰ ਕਹੀਏ ਤੁਸ਼, ਜਿਹੜੀ ਸ਼ੂਦਰ ਕਹੀਏ ਤੁਸ਼ ਮਤ ਨਾ ਥੋੜ੍ਹੀ ਬੁੱਧੀ ਆ, ਉਸ ਬੁੱਧੀ ਕੋ ਕਹੀਏ ਨੂੰ, ਥੋੜ੍ਹੀ ਬੁੱਧੀ ਨੂੰ ਕਰਤ ਸਮੁੰਦਰ ਪ੍ਰਕਾਰ। ਕਹਿੰਦੇ ਸਮੁੰਦਰ ਵਿਸ਼ਾਲ ਸਮੁੰਦਰ ਦੀ ਤਰ੍ਹਾਂ, ਪ੍ਰਕਾਰ ਕਹੀਏ ਤਰ੍ਹਾਂ, ਕਰਤ ਕਹੀਏ ਕਰ ਦੇਣਗੇ, ਕਰਦੇ ਹਨ। ਇਹ 11 ਛੰਦ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਕਰਦੇ ਆ, ਕਰਤ ਕਹੀਏ ਕਰਦੇ ਹਨ। ਇਹ ਜਿਹੜੇ ਛੰਦ ਆ
ਜਿਸ ਦੇ 11 ਛੰਦ ਹੋਣਗੇ, ਜੋ ਮਤ ਸ਼ੂਦਰ, ਸ਼ੂਦਰ ਕਹੀਏ ਕਮਜ਼ੋਰ ਬੁੱਧੀ ਜਿਹੜੀ ਹੈ ਨਾ, ਥੋੜ੍ਹੀ ਬੁੱਧੀ ਆ, ਹਾਂਜੀ, ਉਹਨੂੰ ਇਹ ਆਪਣਾ ਕਰਦ ਸਮੁੰਦਰ ਪ੍ਰਕਾਰ, ਸਮੁੰਦਰ ਜਿਵੇਂ ਬਹੁਤ ਵਿਸ਼ਾਲ ਹੈ, ਖੁੱਲ੍ਹਾ ਜਲ ਵਾਲਾ ਛੱਲਾ ਮਾਰਦਾ, ਇਸ ਤਰ੍ਹਾਂ ਸਮੁੰਦਰ ਦੀ ਤਰ੍ਹਾਂ ਕਹਿੰਦੇ ਇਸ ਬੁੱਧੀ ਨੂੰ ਵਿਸ਼ਾਲ ਕਰ ਦੇਣਗੇ। ਤੇ ਕਰਦ ਕਹੀਏ ਕਰਦੇ ਹਾਂ ਜਾਂ ਕਰ ਦੇਣਗੇ। ਵਾਕ, ਵਾਕ ਦਾ ਅਰਥ ਹੁੰਦਾ ਬਚਨ, ਨਿਰੂਪਣ ਦਾ ਅਰਥ ਹੁੰਦਾ ਵਰਣਨ ਕਰਨਾ, ਕੁਝ ਬਿਆਨ ਕਰਨਾ, ਕਥਨ ਕਰਨਾ, ਜਾਂ ਅਜਿਹਾ ਕਥਨ ਜਿਸ ਵਿੱਚ ਕਿਸੇ ਵਸਤੂ ਦਾ ਸਰੂਪ ਬਣ ਕੇ ਦਿਖਾਇਆ ਜਾਵੇ, ਪੂਰਾ ਪੂਰਾ ਨਿਰਣਾ ਕਰਕੇ ਕਥਨ ਕੀਤਾ ਜਾਵੇ, ਉਹਨੂੰ ਨਿਰੂਪਣ ਕਿਹਾ ਜਾਂਦਾ। ਮੰਤਰ ਮਿੱਤਰ ਤਪ ਦਾਨ ਜਪ। ਹੁਣ ਕਹਿੰਦੇ ਆ ਵੱਖੋ ਵੱਖਰੀ ਗਿਣਤੀ ਕਰਾ ਕੇ ਤੇ ਵੀ ਕੌਣ ਤੁਹਾਡੀ ਰੱਖਿਆ ਕਰੂਗਾ, ਕੌਣ ਨਹੀਂ ਕਰਦਾ ਹੈ। ਇਹ ਜਿਹੜੇ ਕੋਈ ਕੰਮ ਆ ਉਹਨਾਂ ਤੋਂ ਮਨੁੱਖ ਪਹਿਲਾਂ ਕਿਵੇਂ ਕਰਦੇ ਆ, ਫਿਰ ਕਿਵੇਂ ਭੱਜਦੇ ਆ, ਉਹਦੇ ਬਾਰੇ ਦੱਸਿਆ। ਮੰਤਰ ਪਿੱਛੇ ਜੋ ਸ਼ਬਦ ਹੈ ਨਾ ਸ਼ੂਦਰ, ਉਹਦੇ ਵੀ ਕਈ ਅਰਥ ਕਰਦੇ ਆ। ਨੀਚ ਵੀ ਕਰ ਦਿੰਦੇ ਆ, ਅਦਮ, ਨਿਰਧਨ, ਕੰਗਾਲ, ਕਰੂਰ, ਬੇਰਹਿਮ, ਚਾਵਲ ਦੀ ਕਣੀ, ਧਤੂਰਾ, ਮੱਖੀ, ਮੱਛਰ, ਇਹ ਸਾਰੇ ਮਹਾਨ ਕੋਸ਼ ਵਿੱਚ ਲਿਖੇ ਹੋਏ ਆ। ਸ਼ੂਦਰ ਦੇ ਅਰਥ ਮਤਲਬ ਕਈ ਲੱਗਦੇ ਆ। ਠੀਕ ਹੈ ਜੀ, ਉਹ ਤੁਹਾਡੀ ਸਮਝ ਵਾਸਤੇ ਦੱਸਿਆ, ਬਾਕੀ ਜਿੰਨਾ ਯੋਗ ਉਹ ਸਮਝੋ। ਸ਼ੂਦਰ ਦਾ ਅਰਥ ਇੰਨਾ ਹੀ ਆ ਵੀ ਜਿਹੜਾ ਥੋੜ੍ਹਾ ਮਾਤਰ, ਤੁਛ ਮਾਤਰ, ਕਮਜ਼ੋਰ, ਹੌਲੀ ਕਹਿ ਲਓ, ਛੋਟੀ ਕਹਿ ਲਓ। ਮੰਤਰ ਮਿੱਤਰ ਤਪ ਦਾਨ ਜਪ, ਕਿਸੇ ਮੰਤਰ ਦਾ ਜਾਪ ਕਰਦਾ ਹੋਵੇ ਮਨੁੱਖ, ਜਾਂ ਮਿੱਤਰ, ਮਿੱਤਰ ਕਹੀਏ ਬਹੁਤੇ ਮਿੱਤਰਾਂ ਵਾਲਾ ਹੋਵੇ, ਤਪ ਕਹੀਏ ਤਪਸਵੀ ਹੋਵੇ, ਜਾਂ ਫਿਰ ਦਾਨ ਕਹੀਏ ਦਾਨੀ ਹੋਵੇ, ਜਪ ਕਹੀਏ, ਜਪ ਤੇ ਆਪਾਂ ਪੜ੍ਹੀ ਲਿਆ ਵੀ ਕਿਸੇ ਮੰਤਰ ਦਾ ਜਾਪ ਕਰਦਾ ਹੋਵੇ, ਜਾਂ ਕੋਈ ਜਪ ਕਰਦਾ ਹੋਵੇ ਜਿਸ ਨੇ ਮਤਲਬ ਬਹੁਤ ਜੰਤਰਾਂ ਮੰਤਰਾਂ ਦੇ ਬਹੁਤ ਜਾਪ ਕੀਤੇ ਹੋਣ, ਉਹਨਾਂ ਬਾਰੇ ਦੱਸਣ ਡੇ। ਬਾਂਧ ਬਾਦ ਜੇ ਆਹੇ, ਜਾਂ ਵੀ ਦਾਨੀ ਹੋਵੇ ਜਾਂ ਜਪੀ ਹੋਵੇ, ਜਾਂ ਬਾਂਧਵਾਦ। ਬਾਂਧਵ ਦਾ ਅਰਥ ਹੁੰਦਾ ਬਾਂਧਵ, ਰਿਸ਼ਤੇਦਾਰ, ਉਸ ਤੋਂ ਆਦ ਸੱਜਣ ਮਿੱਤਰ ਲਾ ਲਓ ਸਾਰੇ, ਜਿਸ ਦੇ ਬਹੁਤ ਸਾਕ ਸੰਬੰਧੀ ਵੀ ਹੋਣ ਭਾਵੇਂ। ਜੇ ਨਰ ਪੀੜਤ ਕਾਲ ਕਰ, ਬੜੀ ਡੂੰਘੀ ਗੱਲ ਦੱਸਣ ਲੱਗੇ ਆ। ਕਹਿੰਦੇ ਜਿਸ ਵੇਲੇ ਮੌਤ ਦੇ ਦੂਤ ਆਉਂਦੇ ਆ ਤੇ ਮਨੁੱਖ ਜੋ ਉਸ ਮੌਤ ਨੂੰ ਸਾਹਮਣੇ ਦੇਖ ਕੇ ਦੁਖੀ ਹੁੰਦਾ ਹੈ, ਉਸ ਮੌਤ ਤੋਂ ਬਚਾਉਣ ਵਾਲਾ ਉਸਦਾ ਕੋਈ ਵੀ ਰਾਖਾ ਮਦਦਗਾਰ ਨਹੀਂ ਬਣਦਾ। ਇੱਥੇ ਦੱਸਣ ਲੱਗੇ ਕਿ ਮੌਤ ਵੱਲੋਂ ਕੋਈ ਰੱਖਣ ਵਾਲਾ ਨਹੀਂ ਹੈ। ਜੇ ਨਰ ਪੀੜਤ ਕਾਲ ਕਰ, ਜਿਹੜਾ ਪੁਰਸ਼ ਵੇਖੋ ਕਾਲ ਕਹੀਏ ਮੌਤ ਦੇ ਦੁੱਖ ਨਾਲ ਪੀੜਤ ਕਹੀਏ ਦੁਖੀ ਆ, ਮੌਤ ਦੇ ਦੁੱਖ ਕਰਕੇ ਜੋ ਪੀੜਤ ਦੁਖੀ ਹੈ, ਜੋ ਪੁਰਸ਼ ਕੋ ਰੱਖਿਅਕ ਨਹੀਂ ਤਾਹੇ ਕਹੀਏ ਉਸ ਨੂੰ ਕੋਈ ਵੀ ਰੱਖਿਆ ਕਹੀਏ ਰੱਖਣ ਵਾਲਾ ਨਹੀਂ, ਉਹਦੀ ਰੱਖਿਆ ਕਰਨ ਵਾਲਾ ਨਹੀਂ, ਕਿਉਂਕਿ ਮੌਤ ਅੱਗੇ ਕਿਸੇ ਦਾ ਜਿਹੜਾ ਪੇਸ਼ ਨਹੀਂ ਚੱਲਦੀ। ਮੰਤਰ ਮਿੱਤਰ ਤਪ ਦਾਨ ਜਪ, ਜੋ ਮੰਤਰਾਂ ਆਦਿ ਦਾ ਜਾਪ, ਫਿਰ ਮਿੱਤਰ ਦੋਸਤ ਦੋ, ਤਪ ਕਹੀਏ ਤਪੱਸਿਆ, ਦਾਨ ਕਹੀਏ ਦਾਨ ਪੁੰਨ, ਜਪ ਕਹੀਏ ਜਪ ਚਾਰ, ਅਤੇ ਬਾਂਧਵ, ਬਾਂਧਵ ਰਿਸ਼ਤੇਦਾਰ ਆਦਿ ਸਗੇ ਸੰਬੰਧੀ ਆ। ਜੇ ਕਹੀਏ ਜਿਹੜੇ ਆਹੇ ਕਹੀਏ ਹੈ ਜਾਂ ਹਨ, ਜੇ ਨਰ ਪੀੜਤ ਕਾਲ ਕਰ, ਪਰ ਜੇ ਕਹੀਏ ਜਿਹੜਾ ਨਰ ਮਨੁੱਖ ਕਾਲ ਮੌਤ ਕਰ ਕਹੀਏ ਕਰਕੇ ਪੀੜਤ ਕਹੀਏ ਦੁਖੀ ਆ, ਪਰ ਜਦੋਂ ਮੌਤ ਆ ਕੇ ਗਰਾਸੀ ਲੈਂਦੀ ਹੈ ਤਦੋਂ ਕੋ ਰੱਖਿਅਕ ਨਹੀਂ ਤਾਹੇ, ਤਦੋਂ ਇਹਨਾਂ ਵਿੱਚੋਂ ਕੋ ਕਹੀਏ ਕੋਈ ਵੀ ਤਾਹੇ ਕਹੀਏ ਉਸ ਪੁਰਖ ਦਾ ਜਿਹੜਾ ਮੌਤ ਨਾਲ ਪੀੜਤ ਆ, ਉਸ ਜੀਵਕ ਦਾ
ਰੱਖਿਅਕ ਸਹਾਇਕ ਮਦਦਗਾਰ ਕੋਈ ਨਹੀਂ ਹੁੰਦਾ। ਪਰ ਇਹ ਸਭ ਚੀਜ਼ਾਂ ਜਵਾਬ ਦੇ ਜਾਂਦੀਆਂ, ਸਭ ਵਸਤੂਆਂ ਪਾਸ ਹੀ ਪਈਆਂ ਰਹਿ ਜਾਂਦੀਆਂ, ਕੋਈ ਵੀ ਸਹਾਇਕ ਨਹੀਂ ਬਣਦਾ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਜੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਉੱਥੇ ਫਿਰ ਇਹ ਕੋਈ ਨਹੀਂ ਕੰਮ ਆਉਂਦੇ ਅਤੇ ਨਾ ਇਹ ਰੋਕ ਹੀ ਸਕਦੇ। ਮੰਤਰ ਵੀ ਕੁਝ ਨਹੀਂ ਕਰ ਸਕਦੇ, ਤਪੱਸਿਆ ਦਾਨ ਕੁਝ ਨਹੀਂ ਕਰ ਸਕਦਾ, ਕਿਉਂਕਿ ਕਾਲ ਦੇ ਵਸ ਸਾਰੇ ਹੀ। ਕਾਲ ਪਾਏ ਬ੍ਰਹਮਾ ਅਵਤਾਰਾ ਅਤੇ ਕਾਲ ਪਾਏ ਸ਼ਿਵ ਜੀ ਅਵਤਾਰਾ। ਸ਼ਿਵ ਜੀ ਜਿਹੜੇ ਕਲਿਆਣ ਸਰੂਪਕ ਹੋਣ ਵਾਲੇ, ਉਹ ਵੀ ਕਾਲ ਦੇ ਵਸ ਹੀ। ਮਤਲਬ ਕਹਿਣ ਦਾ ਮਤਲਬ ਵੀ ਜਿਹਦੀ ਮੌਤ ਆ ਗਈ ਆ, ਇਹਨਾਂ ਵਿੱਚ ਕੋਈ ਵੀ ਤਾਂ ਰੱਖਿਆ ਨਹੀਂ ਕਰ ਸਕਦਾ। ਇਹ ਗੱਲ ਪੱਕੀ ਆ, ਭਾਵੇਂ ਆਪਾਂ ਕਿੱਡੇ ਵੀ ਦਾਨੀ ਜਪੀਏ ਆ, ਵੇਖੋ ਸਰੀਰ ਦੇ ਕਰਕੇ ਤੇ ਜਾਣਾ ਹੀ ਪਏਗਾ। ਮੌਤ ਜਿਹੜੀ ਕਾਲ ਆ ਗਈ ਤਾਂ ਜਾਣਾ ਹੀ ਪਏ। ਸੁਖ ਕਰ ਬੰਦਤ ਕਰਮ ਮਹਿ, ਜੀਵ ਸੁਖ ਦੀ ਇੱਛਾ ਧਾਰਨ ਕਰਕੇ ਜਿਨ੍ਹਾਂ ਦੁਨਿਆਵੀ ਕਰਮ ਕਾਂਡਾਂ ਵਿੱਚ ਬੰਧਿਤ ਕਹੀਏ ਵੱਧ ਜਾਂਦਾ, ਤੇਹ ਦੁਸਤਰ ਫਲ ਹੋਏ। ਤੇਹ ਕਹੀਏ ਉਹਨਾਂ ਕਰਮ ਕਾਂਡਾਂ ਦਾ ਅਖੀਰ ਨੂੰ ਬਹੁਤ ਦੁਸਤਰ, ਕਠਨ, ਦੁਖਦਾਇਕ ਜਿਹੜਾ ਫਲ ਪ੍ਰਾਪਤ ਹੋਏ ਕਹੀਏ ਹੁੰਦਾ। ਸੁਖ ਕਰ ਬੰਧਤ ਕਰਮ ਮਹਿ, ਜੀਵ ਸੁਖ ਪ੍ਰਾਪਤੀ ਲਈ ਕਰਮਾਂ ਵਿੱਚ ਵੱਧ ਜਾਂਦਾ ਹੈ। ਸੁਖ ਕਰਕੇ ਤੇ ਕਰਮਾਂ ਵਿੱਚ ਜੋ ਬੰਧਤ ਕਹੀਏ ਬੰਨਿਆ ਹੋਇਆ ਹੈ ਨਾ, ਬੰਨਿਆ ਜਾਂਦਾ ਹੈ, ਅਤੇ ਦੁਸਤਰ ਫਲ ਹੋਏ, ਉਸ ਦਾ ਫਲ ਜਿਹੜਾ ਦੁਸਤਰ, ਕਠਨ ਹੀ, ਜਿਹੜਾ ਬੜਾ ਔਖਾ ਫਿਰ ਪ੍ਰਾਪਤ ਹੁੰਦਾ। ਪਰ ਉਹਨਾਂ ਕਰਮਾਂ ਦਾ ਫਲ ਭੋਗਣਾ ਬੜਾ ਔਖਾ ਹੁੰਦਾ। ਕਰਮ ਕਿਉਂਕਿ ਇਹ ਪਰੇਸ਼ਾਨ ਕਰਦੇ ਬੰਦੇ ਨੂੰ। ਹਸਤੀ ਧਾਰੇ ਗਰਭ ਕੋ, ਜਿਵੇਂ ਕਹਿੰਦੇ ਇਸਤਰੀ ਹਸਤੀ ਦਾ ਅਰਥ ਹੈ ਇੱਥੇ ਖੁਸ਼ੀ ਜਾਂ ਹਸੂ ਕਰਦੇ। ਹਸਤੀ ਧਾਰੇ ਗਰਭ ਕੋ, ਕਿ ਵੇਖੋ ਜਿਵੇਂ ਇਸਤਰੀ ਚਾਈ ਖੁਸ਼ੀ ਨਾਲ ਹਸੂ ਕਰਦੀ, ਗਰਭ ਪੇਟ ਵਿੱਚ ਤਾਂ ਧਾਰ ਲੈਂਦੀ ਹੈ। ਹਾਂਜੀ, ਤਜ ਤੋਂ ਰੁਦੰਤੀ ਸੋਏ, ਪਰ ਜਦੋਂ ਬੱਚੇ ਦੇ ਜਨਮ ਵੇਲੇ ਉਹਨੂੰ ਪੀੜਾ ਹੁੰਦੀ ਹੈ ਤਾਂ ਉਹ ਗਰਭ ਨੂੰ ਛੱਡਦੀ ਹੋਈ ਫਿਰ ਬਹੁਤ ਰੁਦੰਤੀ ਕਹੀਏ ਰੋਂਦੀ ਹੈ। ਸੋਏ ਕਹੀਏ ਉਹ ਉਸ ਗਰਭ ਨੂੰ ਤਿਆਗਦਿਆਂ ਭਾਵ ਬੱਚੇ ਨੂੰ ਜਨਮ ਦਿੰਦਿਆਂ ਬਹੁਤ ਰੁਦੰਤੀ ਰੋਂਦੀ ਹੈ। ਇਸਤਰੀਆਂ ਦਾ ਦ੍ਰਿਸ਼ਟਾਂਤ ਦੇ ਕੇ ਕਿੰਨੇ ਚਾਅ ਨਾਲ ਜਿੰਦੇ ਆ, ਕਿ ਵੇਖੋ ਕਿੰਨੇ ਚਾਅ ਨਾਲ ਬੱਚਾ ਪੈਦਾ ਕਰਨ ਦੇ ਖਿਆਲ ਨਾਲ ਮਾਤਾ ਗਰਭ ਧਾਰਨ ਕਰਦੀ ਹੈ। ਜਿਸ ਵੇਲੇ ਬੱਚਾ ਜਨਮ ਦੀਆਂ ਪੀੜਾਂ ਸ਼ੁਰੂ ਹੁੰਦੀਆਂ, ਉਸ ਵੇਲੇ ਉਹ ਰੋਂਦੀ ਹੈ ਕਿ ਮੈਂ ਮੁੜ ਕੇ ਕੰਮ ਨਹੀਂ ਕਰਾਂਗੀ। ਇਸੇ ਤਰ੍ਹਾਂ ਮਨੁੱਖ ਕਰਮ ਤਾਂ ਬਿਨਾਂ ਸੋਚੇ ਸਮਝੇ ਕਰੀ ਜਾਂਦਾ ਹੈ, ਪਰ ਜਦੋਂ ਉਹਨਾਂ ਦਾ ਫਲ ਭੋਗਣਾ ਪੈਂਦਾ ਫਿਰ ਰੋਂਦਾ, ਕਰਲਾਉਂਦਾ, ਝੂਰਦਾ। ਇਸ ਕਰਕੇ ਚਾਹੀਦਾ ਇਹ ਹੈ ਕਿ ਚੰਗੇ ਕਰਮ ਕਰੋ ਤਾਂ ਮਾੜੇ ਤੇ ਮਾੜੇ ਛੱਡੋ। ਹਰ ਸੁੱਖ ਕਰ ਬੰਧਤ ਕਰਮ ਹੈ, ਜਿਹੜਾ ਕੋਈ ਸੁੱਖ ਕਰਕੇ ਮਾੜੇ ਕਰਮਾਂ 'ਚ ਵੀ ਵੱਧ ਜਾਂਦਾ ਨਾ ਮਨੁੱਖ, ਫਿਰ ਉਹਦਾ ਫਲ ਨੂੰ ਕਠਨ ਨਹੀਂ ਹੁੰਦਾ। ਸੁੱਖ ਕਰਕੇ ਲੋਕ ਆਪਣੇ ਸੁੱਖ ਵਾਸਤੇ ਲੋਕਾਂ ਨੂੰ ਵੱਢ ਦਿੰਦੇ, ਮਾਰ ਦਿੰਦੇ, ਠੱਗੀਆਂ ਕਰਦੇ, ਚੋਰੀਆਂ ਕਰਦੇ, ਪਰ ਉਹਦਾ ਫਲ ਅੰਜਾਮ ਬੜਾ ਔਖਾ ਮਿਲਦਾ। ਕਹਿਣ ਤੋਂ ਭਾਵ ਸੁੱਖ ਕਰਕੇ ਜੇ ਕਰਮ ਵੀ ਕਰਨੇ, ਨੇਕੀ ਦੇ ਕਰਮ ਕਰੋ। ਨੇਕੀ ਕੀਤਾ ਹਮੇਸ਼ਾ ਸੁੱਖ ਹੀ ਹੈ। ਉਹਦਾ ਫਲ ਵੀ ਜਿਹੜਾ ਬੜਾ ਸਰਲ ਮਿਲਦਾ, ਸੁਖਾਲਾ ਮਿਲਦਾ। ਕੋਈ ਆਪਾਂ ਨੂੰ ਚੋਰੀ ਕਰਾਂਗੇ ਤਾਂ ਫੜੇ ਜਾਵਾਂਗੇ, ਨਹੀਂ ਕਰਾਂਗੇ, ਮਿਹਨਤ ਕਰਾਂਗੇ ਤਾਂ ਕੋਈ ਦੁੱਖ ਨਹੀਂ, ਇਹਦਾ ਫਲ ਵਧੀਆ ਹੀ। ਚੰਗੇ ਕੰਮ ਕਰਨ ਦੀ ਸਿੱਖਿਆ ਇਸ ਦੋਰੇ ਵਿੱਚ ਦਿੱਤੀ। ਦੋਹਰਾ ਜੀਵ ਕਰਮ ਆਪੇ ਕਰੇ, ਇਹ ਮਨੁੱਖ ਵੇਖੋ ਆਪੇ ਹੀ ਕਹਿੰਦੇ ਚੰਗੇ ਮਾੜੇ ਕੰਮ ਜਿਹੜਾ ਕਰੇ ਗਈਏ ਕਰਦਾ ਹੈ, ਆਪੇ ਤੇ ਫਲ ਭੁਗਤ, ਤੇ ਆਪੇ ਹੀ ਉਹਨਾਂ ਕਰਮਾਂ ਦਾ ਤੇ ਇਹ ਕਹੀਏ ਉਹਨਾਂ ਦਾ, ਆਪੇ ਹੀ ਉਹਨਾਂ ਦਾ ਫਲ ਜਿਹੜਾ ਲਾਭ ਨਿਕਲਦਾ, ਨਤੀਜਾ ਨਿਕਲਦਾ, ਉਹਨੂੰ ਭੁਗਤ ਫਿਰ ਭੋਗਦਾ ਹੈ।
ਕਿਉਂਕਿ ਜਹ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਇਹ ਕਰਮਾਂ ਦਾ ਹੀ ਖੇਤ ਆ ਸਰੀਰ। ਇਹਦੇ ਨਾਲ ਜਿਹੋ ਜਿਹੇ ਬੀਜ ਬੀਜਾਂਗੇ ਕਰਮਾਂ ਦੇ ਮਾੜੇ ਚੰਗੇ ਉਹੋ ਜਿਹੇ ਫਲ ਪਾਵਾਂਗੇ। ਅਤੇ ਜਿਹੜਾ ਕਰੂ ਜੋ ਕਰੂ ਉਹੀ ਭਰੂ। ਜਿਹੋ ਜਿਹਾ ਕਰਨਾ ਉਹੋ ਜਿਹਾ ਭਰਨਾ। ਜਿਹੜਾ ਖਾਊ ਗਾਜਰਾਂ ਉਹਦੇ ਢਿੱਡ 'ਚ ਪੀੜ। ਸਿੱਖਿਆ ਸਾਨੂੰ ਪਿੱਛੇ ਵੀ ਇਹ ਦਿੱਤੀ ਹੈ ਵੀ ਬਿਨਾਂ ਸੋਚੇ ਸਮਝੇ ਕੋਈ ਕਰਮ ਤਾਂ ਕਰ ਲੈਂਦਾ ਮਨੁੱਖ ਮਾੜੇ ਚੰਗੇ, ਪਰ ਉਹਦਾ ਫਲ ਜਦੋਂ ਭੋਗਣਾ ਪੈਂਦਾ ਫਿਰ ਰੋਂਦਾ। ਆਪਣਾ ਕੀਤਾ ਵੇਖੋ ਫਲ ਆਪ ਹੀ ਭੋਗੀ ਦਾ ਇਸ ਦੋਰੇ ਵਿੱਚ ਹੀ ਦੱਸਣ ਲੱਗੇ ਆ। ਜੀਵ ਕਰਮ ਆਪੇ ਕਰੇ, ਜੀਵ ਆਪੇ ਚੰਗੇ ਮੰਦੇ ਕਰਮ ਕਰਦਾ ਹੈ, ਆਪੇ ਤੇ ਫਲ ਭੁਗਤ। ਫਿਰ ਆਪੇ ਹੀ ਤੇ ਕਹੀਏ ਉਹਨਾਂ ਕਰਮਾਂ ਦਾ ਫਲ ਇਸ ਨੂੰ ਭੁਗਤਣਾ ਪੈਂਦਾ। ਇੱਕ ਅੱਗੇ ਨਾਲ ਪਾਠ ਵੀ ਅਤੇ ਭੁਗਤ ਪਾਠ ਵੀ, ਦੋਵੇਂ ਪਾਠ ਇੱਕੋ ਹੀ ਅਰਥ ਇੱਕੋ ਲੱਗਣਾ, ਭੋਗ ਦਾ ਹੀ ਅਰਥ ਲੱਗਣਾ। ਗੱਗੇ ਨਾਲ ਹੋਵੇ ਭਾਵੇਂ ਕਾਕੇ ਨਾਲ ਹੋਵੇ। ਆਪ ਰਮਤ ਸੰਸਾਰ ਮਹਿ ਆਪ ਹੀ ਸਕਾਮ ਕਰਮ ਕਰਨ ਵਾਲੇ। ਸੰਸਾਰ ਮਹਿ ਕਈ ਸੰਸਾਰ ਵਿੱਚ ਰਮਤ ਕਹੀਏ ਤੁਰਿਆ ਫਿਰਦਾ, ਭਾਵ ਵਾਰ ਜੰਮਦਾ ਮਰਦਾ ਹੈ। ਅਤੇ ਆਪੇ ਤੇ ਮੁਕਤ, ਆਪੇ ਹੀ ਤੇ ਕਹੀਏ ਆਪ ਹੀ ਵੇਖੋ ਨਿਸ਼ਕਾਮ ਕਰਮ ਜਦੋਂ ਕਰਦਾ ਤੇ ਕਹੀਏ ਇਸ ਜਾਂ ਤਿਸ ਸੰਸਾਰ ਤੇ ਜਾਂ ਤਿਸ ਸੰਸਾਰ ਤੋਂ ਮੁਕਤ ਕਹੀਏ ਮੁਕਤ ਹੋ ਜਾਂਦਾ, ਛੁੱਟ ਜਾਂਦਾ। ਭਾਵ ਨਿਸ਼ਕਾਮ ਕਰਮ ਕਰਨ ਨਾਲ ਤੇ ਅੰਤਸ਼ਕਰਨ ਦੀ ਸ਼ੁੱਧੀ ਹੋ ਜਾਂਦੀ ਹੈ। ਸ਼ੁੱਧ ਅੰਤਸ਼ਕਰਨ ਵਿੱਚ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਦੁਆਰਾ ਫਿਰ ਮੁਕਤੀ ਹੈ ਹੀ ਹੈ, ਫਿਰ ਮੁਕਤੀ ਦੇ ਪ੍ਰਾਪਤ ਹੈ ਹੀ ਹੈ। ਆਪ ਰਮਤ ਸੰਸਾਰ ਹੈ। ਰਮਤ ਦਾ ਇੱਥੇ ਅਰਥ ਲੱਗਣਾ ਵਾ, ਇੱਕ ਹੁੰਦਾ ਰਮਣਾ, ਇੱਥੇ ਰਮਤ ਦਾ ਅਰਥ ਆ ਫਿਰਦਾ। ਠੀਕ ਹੈ ਜੀ, ਇੱਥੇ ਰਮਤ ਦਾ ਅਰਥ ਫਿਰਦਾ ਲਾਉਣਾ ਵੀ ਜਾਂ ਤੁਰਦਾ ਜਾਂ ਫਿਰਦਾ, ਇੱਕੋ ਹੀ ਅਰਥ ਬਣਦਾ। ਫਿਰਦਾ ਹੀ ਅਰਥ ਇੱਥੇ ਸਹੀ ਆ। ਆਪ ਰਮਤ ਸੰਸਾਰ ਮੈਂ, ਆਪ ਹੀ ਵੀ ਸ਼ਕਾਮ ਕਰਮ ਕਰਕੇ, ਜੋ ਕਾਮਨਾ ਦੇ ਸਹਿਤ ਕਰਮ ਕਰਦਾ ਧਰਮ ਦੇ ਚਾਹੇ ਕੋਈ ਵੀ, ਅਤੇ ਉਹਨਾਂ ਕਰਮਾਂ ਕਰਕੇ ਫਿਰ ਇਹਦਾ ਜਨਮ ਹੁੰਦਾ ਅਤੇ ਸੰਸਾਰ ਦੇ ਵਿੱਚ ਰਮਤ ਕਹੀਏ ਇਹ ਫਿਰਦਾ ਤੁਰਦਾ ਰਹਿੰਦਾ ਹੈ। ਵਾਰ ਭਾਵ ਇਹਦਾ ਜਨਮ ਹੁੰਦਾ ਰਹਿੰਦਾ ਸ਼ਕਾਮ ਕਰਮਾਂ ਕਰਕੇ। ਕਿਉਂਕਿ ਕਾਮਨਾ ਦੇ ਸਹਿਤ ਕਰਮ ਕੀਤੇ, ਕੋਈ ਵੀ ਕੰਮ ਕੀਤਾ, ਇੱਛਾ ਕੀਤੀ ਸੀ ਉਹਦਾ ਫਲ ਮਿਲਣਾ, ਅਤੇ ਫਿਰ ਉਹ ਜਿਹੜੇ ਸਰੀਰ 'ਚ ਕੀਤਾ ਉਹਦੇ ਵਿੱਚ ਹੀ ਫਲ ਮਿਲਣਾ। ਆਪੇ ਤੇ ਮੁਕਤ, ਅਤੇ ਆਪੇ ਹੀ ਵੇਖੋ ਤੇ ਕਹੀਏ ਇਸ ਤੋਂ ਜਾਂ ਉਸ ਤੋਂ ਉਸ ਸੰਸਾਰ ਤੋਂ ਇਹ ਮੁਕਤ ਹੋ ਜਾਂਦਾ। ਕਿਵੇਂ? ਨਿਸ਼ਕਾਮ ਕਰਮ ਕਰਕੇ, ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿਮਰਨ ਕਰਦਾ ਅਤੇ ਛੁਟਕਾਰਾ ਪਾ ਲੈਂਦਾ ਸੰਸਾਰ ਵਿੱਚੋਂ, ਮੁਕਤ ਹੋ ਜਾਂਦਾ। ਹਾਂਜੀ, ਇਹ ਜੀਵ ਨੂੰ ਮਤਲਬ ਕਹਿੰਦੇ ਕਰਮੀ ਬਣਨ ਵਾਲੇ ਅਤੇ ਕਰਮੀ ਛਡਾਉਣ ਵਾਲੇ। ਸ਼ਕਾਮੀ ਕਰੂਗਾ ਹੋ ਕੇ ਕਰਮ ਅਤੇ ਬੱਝ ਜਾਊਗਾ, ਨਿਸ਼ਕਾਮੀ ਹੋ ਕੇ ਕਰੂਗਾ ਅਤੇ ਛੁੱਟ ਜਾਊਗਾ। ਇਹ ਇਹਨਾਂ ਦਾ ਕਹਿਣ ਦਾ ਇੱਥੇ ਮਤਲਬ ਹੈ। ਦੁੱਖ ਮੈਂ ਮਿਥਿਆ ਭਾਵਨਾ, ਅਗਿਆਨੀਆਂ ਦੀ ਹਾਲਤ ਕਥਨ ਕਰਦੇ ਆ ਕਿ ਸੰਸਾਰੀ ਮਨੁੱਖਾਂ ਦੀ ਤਾਂ ਇਹੋ ਜਿਹੀ ਹਾਲਤ ਆ ਕਿ ਜਦੋਂ ਦੁੱਖ ਆ ਜਾਂਦਾ, ਉਹ ਦੁੱਖ ਵਿੱਚ ਇਹਨਾਂ ਦੀ ਜਿਹੜੀ ਭਾਵਨਾ ਨਾ, ਇੱਛਾ, ਉਹ ਮਿਥਿਆ ਹੋ ਜਾਂਦੀ। ਭਾਵ ਜਦੋਂ ਕੋਈ ਪਿਆਰਾ ਸੰਬੰਧੀ ਮਰ ਜਾਂਦਾ ਜਾਂ ਇਹਨਾਂ ਨਾਲ ਕੋਈ ਮਾੜਾ ਧੱਕਾ ਹੋ ਜਾਂਦਾ, ਤਾਂ ਇਸ ਤਰ੍ਹਾਂ ਆਖਦੇ ਹਨ ਕਿ ਇਹ ਸੰਸਾਰ 'ਤੇ ਜੀ ਮਿਥਿਆ ਹੈ, ਝੂਠਾ ਹੈ, ਇਸ ਵਿੱਚ ਕਿਸੇ ਨੇ ਨਹੀਂ ਰਹਿਣਾ, ਅਸੀਂ ਕਿਹੜੇ ਬੈਠੇ ਰਹਿਣਾ। ਇਹੋ ਜਿਹੇ ਪਖੰਡ ਦੇ ਅਸੀਂ ਕਰਦੇ ਹੁੰਦੇ ਉਦੋਂ ਫਿਰਕ ਵਾਲੇ। ਕੋਈ ਵੀ ਜਿੱਥੇ ਵਸਤੂ ਰਹਿਣ ਵਾਲੀ ਨਹੀਂ, ਰਾਣਾ ਰੋ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਗੁਰਬਾਣੀ ਦੀ ਤੁਕਾਂ ਜਿਹੀਆਂ ਲਾ ਕੇ ਇਸ ਤਰ੍ਹਾਂ ਦੂਜਿਆਂ ਨੂੰ ਸਿੱਖਿਆ ਦੇਣ ਲਈ ਆਪਾਂ ਬਣਦੇ ਹਾਂ ਚਤੁਰ ਸਿਆਣੇ। ਹੁੰਦੇ ਅਸੀਂ ਵੀ ਅਗਿਆਨੀ ਲੋਕ ਹੀ ਹਾਂ ਦੁੱਖ ਵਿੱਚ। ਅਤੇ ਭਾਵ ਜਿਹੜੇ ਸਾਡੇ ਵਰਗੇ ਨਾ ਮਨਮੁਖੀ ਜਿਹੇ ਸੰਸਾਰੀ ਜਿਹੇ ਜੀਵ,
ਦੁੱਖ ਵਿੱਚ ਤੇ ਸਾਡੀ ਲੋਕਾਂ ਦੀ ਜਿਹੜੀ ਭਾਵਨਾ ਇੱਛਾ ਉਹ ਮਿਥਿਆ ਹੋ ਜਾਂਦੀ। ਇਹ ਸੰਸਾਰ ਝੂਠਾ ਹੈ। ਸੁਖਦ ਭਾਵਨਾ ਸਤ। ਅਤੇ ਜਦੋਂ ਸੁਖਦ ਕਹੀਏ ਸੁੱਖ ਪ੍ਰਾਪਤ ਹੋਵੇ, ਹਾਂਜੀ, ਕੋਈ ਸੁੱਖ ਦਾ ਕਹੀਏ ਸੁੱਖ ਦਾ ਦਾਨ ਜਾਂ ਦੇਵੇ ਨਾ, ਸੁੱਖ ਦੇਵੇ, ਸੁੱਖ ਪ੍ਰਾਪਤ ਹੋਵੇ, ਤਾਂ ਉਸ ਵੇਲੇ ਸਾਡੀ ਸੰਸਾਰੀ ਜੀਵਾਂ ਦੀ ਜਿਹੜੀ ਭਾਵਨਾ ਇੱਛਾ ਵਾ ਉਹ ਸੱਤ ਹੋ ਜਾਂਦੀ, ਸੱਚੀ ਹੋ ਜਾਂਦੀ। ਭਾਵ ਕਹਿੰਦੇ ਆ ਤਾਂ ਸੁੱਖ ਆਉਂਦੇ ਕਹਿੰਦੇ ਸੰਸਾਰ ਤੇ ਬਹੁਤ ਚੰਗੀ ਆ ਜੀ, ਸੰਸਾਰ ਤੇ ਸੱਚਾ। ਦੁੱਖ ਆ ਗਿਆ ਕਹਿਣਾ ਜਗ ਰਚਨਾ ਸਭ ਝੂਠ ਹੈ। ਅਤੇ ਜਦੋਂ ਆਪਣਾ ਸੁੱਖ ਮਿਲ ਗਿਆ ਫਿਰ ਕਹਿਣਾ ਨਹੀਂ ਸੰਸਾਰ 'ਤੇ ਵੀ ਬਹੁਤ ਕੁਝ ਆ, ਇਹ ਮਾੜੀ ਮੋਟੀ ਗੱਲ ਤਾਂ ਨਹੀਂ ਆ। ਸੰਸਾਰ ਜਿਹੜਾ ਸੱਤ ਸੱਚ ਭਾਵਨਾ ਇੱਛਾ ਸੱਚੀ ਹੋ ਜਾਂਦੀ। ਫਿਰ ਸਾਡੀ ਭਾਵਨਾ ਇੱਥੇ ਸੱਚ ਵਿੱਚ ਡੁੱਬ ਜਾਂਦੀ। ਸੰਸਾਰ ਨੂੰ ਹੀ ਸੱਚਾ ਜਿਹੜਾ ਵਾ ਉਹ ਮੰਨਦੇ ਆ। ਭਾਵਨਾ ਦਾ ਅਰਥ ਇੱਛਾ ਲਾਉਣਾ। ਇੱਥੇ ਭਾਵਨਾ ਦਾ ਅਰਥ ਸ਼ਰਧਾ ਵੀ ਹੁੰਦਾ, ਭਾਵਨਾ ਵੀ ਹੁੰਦੀ ਆ। ਇੱਥੇ ਇੱਛਾ ਲਾਉਣਾ, ਇੱਛਾ ਅਰਥ। ਗਿਆਨ ਭਾਵਨਾ ਕਰਮ ਕਰ। ਪਰ ਜਦੋਂ ਇਹ ਜੀਵ ਥੋੜ੍ਹਾ ਗਿਆਨੀ ਬਣ ਕੇ ਕਰਮ ਕਰ, ਜਦੋਂ ਕਰਮ ਕਰ ਨਿਸ਼ਕਾਮ ਕਰਮ ਕਰ ਕੇ ਕਰਦਾ ਹੈ ਤਾਂ ਉਹ ਨਿਸ਼ਕਾਮ ਕਰਮਾਂ ਕਰਕੇ ਅੰਤਿਸ਼ਕਾਂ ਦੀ ਸ਼ੁੱਧੀ ਹੋ ਜਾਂਦੀ ਹੈ, ਤੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ। ਅਤੇ ਫਿਰ ਇਹਦੀ ਗਿਆਨ ਦੀ ਭਾਵਨਾ ਬਣ ਜਾਂਦੀ। ਜਦੋਂ ਫਿਰ ਗਿਆਨੀ ਬਣ ਜਾਂਦਾ, ਗਿਆਨ ਦੀ ਭਾਵਨਾ ਇੱਛਾ ਹੋ ਜਾਂਦੀ ਹੈ। ਨਿਸ਼ਕਾਮ ਕਰਮਾਂ ਕਰਕੇ ਇੱਛਾ ਨਹੀਂ ਰੱਖਦਾ, ਕੋਈ ਕਾਮਨਾ ਨਹੀਂ ਰੱਖਦਾ। ਕਾਮਨਾ ਤੋਂ ਰਹਿਤ ਹੋ ਕੇ ਕੋਈ ਕਰਮ ਕਰਦਾ, ਧਰਮ ਦੇ ਸਾਰੇ ਨੇਕੀ ਦੇ। ਫਿਰ ਨਿਸ਼ਚੈ ਸਕਲ ਨ ਸਤ। ਉਸ ਸਮੇਂ ਇਸ ਨੂੰ ਨਿਸ਼ਚੈ ਯਕੀਨ ਪੱਕਾ ਬੱਝ ਜਾਂਦਾ ਕਿ ਅਸਲ ਵਿੱਚ ਇਹ ਜਿਹੜਾ ਸੰਸਾਰ ਆ ਨਾ, ਇਹ ਸੱਤ ਨਹੀਂ ਆ, ਸੱਚਾ ਨਹੀਂ ਆ, ਇਹ ਝੂਠਾ ਆ। ਫਿਰ ਸੱਚ ਪ੍ਰਤੱਖ ਮੂੰਹ ਨਿਕਲਦਾ ਜਗ ਰਚਨਾ ਸਭ ਝੂਠ ਹੈ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਉੱਥੇ ਆ ਪਰਮਾਤਮਾ, ਪਰ ਉੱਥੇ ਗਿਆਨੀ ਰੂਪ ਬਣ ਕੇ ਨਾ, ਵੀ ਬ੍ਰਹਮ ਗਿਆਨੀ ਬਣ ਕੇ ਵੀ ਅਸੀਂ ਗਿਆਨਵਾਨ ਹਾਂ, ਅਤੇ ਗਿਆਨੀ ਰੂਪ ਦੇ ਵਿੱਚ ਉੱਥੇ ਸ਼ਬਦ ਉਚਾਰਿਆ। ਮਹਾਰਾਜ ਪਰਮਾਤਮਾ ਉੱਥੇ ਇੱਕ ਬ੍ਰਹਮ ਗਿਆਨੀ ਬਣ ਕੇ ਇਹ ਬਚਨ ਕਿਹਾ। ਅਤੇ ਫਿਰ ਗਿਆਨੀ ਬ੍ਰਹਮ ਗਿਆਨੀ ਸੱਚੀ ਇਹ ਗੱਲ ਕਹਿੰਦਾ। ਅਤੇ ਉਂਝ ਤਾਂ ਆਪਾਂ ਵੀ ਕਹਿੰਦੇ ਹਾਂ, ਪਰ ਨਿਸ਼ਚਾ ਨੁਸ਼ਚਾ ਸਾਨੂੰ ਕੋਈ ਹੁੰਦਾ ਨਹੀਂ ਹੈ, ਕਹਿਣ ਮਾਤਰ ਹੀ ਸਾਡੇ ਹੁੰਦਾ ਜ਼ੁਬਾਨ ਦੇ ਉੱਤੇ। ਅਤੇ ਇਹਦਾ ਅਰਥ ਹੋਰ ਹੀ ਵਿਦਵਾਨ ਕਰਦੇ, ਦੁੱਖ ਮੈਂ ਮਿਥਿਆ ਭਾਵਨਾ। ਦੁੱਖ ਮੈਂ ਮਿਥਿਆ ਭਾਵਨਾ। ਜਿਹੜਾ ਜਗਿਆਸੂ ਆ, ਕਹਿੰਦੇ ਸਿੱਖਿਆ ਦਿੰਦੇ ਆ ਜਗਿਆਸੂ, ਜਿਹੜਾ ਨਾ ਸੰਸਾਰ ਦੇ ਵਿੱਚ ਸੰਸਾਰ ਨੂੰ ਜਿਹੜਾ ਦੁੱਖ ਰੂਪ ਜਾਣ ਕੇ, ਹਾਂਜੀ, ਮਿਥਿਆ ਭਾਵਨਾ ਕਰੇ। ਦੁੱਖ ਮੈਂ ਜਗਿਆਸੂ ਕੀ ਕਰੇ? ਮੈਂ ਦਾ ਇੱਥੇ ਰੂਪ ਲੈਣਾ। ਜਗਿਆਸੂ ਜਿਹੜਾ ਵਾ ਇਹ ਸੰਸਾਰ ਨੂੰ ਦੁੱਖ ਮੈਂ ਕਹੀਏ ਦੁੱਖ ਰੂਪ ਜਾਣ ਕੇ, ਮਿਥਿਆ ਕਹੀਏ ਝੂਠਾ ਸੱਤ ਭਾਵਨਾ ਕਰੇ। ਸੱਤ ਦੀ ਇੱਛਾ ਕਰੇ, ਅਸੱਤ ਦੀ ਇੱਛਾ ਕਰੇ ਵੀ ਇਹ ਝੂਠਾ ਹੈ ਸੰਸਾਰ। ਸੁਖਦ ਭਾਵਨਾ ਸੱਤ। ਅਤੇ ਸੁੱਖ ਸਰੂਪ ਕੀ ਹੈ? ਸੁੱਖ ਦੇਣ ਵਾਲਾ ਕੀ ਹੈ? ਉਹ ਹੈ ਆਪਣਾ ਆਤਮਾ। ਆਤਮਾ ਵਿੱਚ ਜਿਹੜੀ ਆ ਸੱਤ ਕੀ ਸੱਚੀ ਭਾਵਨਾ ਇੱਛਾ ਕਰੇ ਵੀ ਮੇਰਾ ਆਤਮਾ ਹੀ ਸੱਚ ਹੈ, ਬਾਕੀ ਇਹ ਸੰਸਾਰ ਅਤੇ ਇਹ ਜਿਹੜੇ ਪੰਜ ਭੂਤਕ ਸਰੀਰ ਆ ਇਹ ਸਾਰੇ ਮਿਥਿਆ ਹਨ, ਹਾਂਜੀ। ਅਤੇ ਮਿਥਿਆ ਭਾਵਨਾ ਕਰੇ ਅਤੇ ਸੁੱਖ ਦੇਣ ਵਾਲਾ ਜੋ ਆਤਮਾ ਸਰੂਪ ਆ, ਆਪਣਾ ਆਤਮਾ ਉਹਨੂੰ ਸਤ ਭਾਵਨਾ ਕਰੇ। ਗਿਆਨ ਭਾਵਨਾ ਕਰਮ ਕਰ। ਫਿਰ ਜਗਿਆਸੂ ਕੀ ਕਰੇ ਕਿ ਗਿਆਨੀ ਦੀ ਜਿਹੜੀ ਭਾਵਨਾ ਉਹ ਗਿਆਨ ਭਾਵਨਾ ਰੱਖ ਕੇ ਨਾ, ਗਿਆਨੀ ਦੀ ਭਾਵਨਾ ਰੱਖ ਕੇ ਅਤੇ ਕਰਮ ਕਰ, ਨਿਸ਼ਕਾਮ ਕਰਮ ਕਰੇ, ਹਾਂਜੀ। ਕਿਉਂਕਿ ਗਿਆਨ ਭਾਵਨਾ ਜਿਹੜੀ ਗਿਆਨੀ ਦੀ ਭਾਵਨਾ ਆ ਉਹ ਹਮੇਸ਼ਾ ਕਰਮ ਕਰਦੀ ਹੈ, ਉਹ ਨਿਸ਼ਕਾਮ ਕਰਮ ਹੀ ਕਰਦੀ।
ਨਿਸ਼ਚੈ ਸਕਲ ਨ ਸਤ। ਹਾਂਜੀ, ਗਿਆਨੀ ਦੀ ਭਾਵਨਾ ਰੱਖ ਕੇ ਨਿਸ਼ਕਾਮ ਕਰਮ ਕਰੇ ਤੇ ਫਿਰ ਨਿਸ਼ਚੈ ਸਕਲ ਨ ਸਤ, ਨਿਸ਼ਚੇ ਕਰਕੇ ਇਹ ਸਮਝ ਲਵੇ ਕਿ ਸਕਲ ਨ ਸਤ, ਇਹ ਜਿਹੜਾ ਸਕਲ ਕਹੀਏ ਸਾਰਾ ਹੀ ਸੰਸਾਰ ਆ, ਇਹ ਸਤ ਨਾ, ਇਹ ਸੱਚ ਨਹੀਂ ਹੈ, ਇਹ ਸੱਚਾ ਨਹੀਂ ਹੈ। ਇਸ ਤਰ੍ਹਾਂ ਅਰਥ ਵੀ ਵਿਦਵਾਨ ਕਰ ਦਿੰਦੇ ਆ। ਫਿਰ ਦੂਜੇ ਰੂਪ ਵਿੱਚ ਵੀ ਹੋ ਜਾਂਦਾ ਦੁੱਖ ਮੈਂ ਮਿਥਿਆ ਭਾਵਨਾ। ਬ੍ਰਹਮ ਗਿਆਨੀ ਕੀ ਕਰਦਾ? ਬ੍ਰਹਮ ਗਿਆਨੀ ਦੁੱਖ ਮੈਂ, ਸੰਸਾਰ ਨੂੰ ਜਿਹੜਾ ਉਹ ਦੁੱਖ ਮੈਂ, ਦੁੱਖ ਰੂਪ ਇਹ ਸਮਝ ਲੈਂਦਾ, ਜਿਸ ਕਰਕੇ ਇਸ ਵਿੱਚ ਉਸ ਦੀ ਜਿਹੜੀ ਭਾਵਨਾ ਨਾ ਉਹ ਮਿੱਥਿਆ ਹੀ ਹੁੰਦੀ, ਭਾਵੇਂ ਇਹਨੂੰ ਹਮੇਸ਼ਾ ਮਿੱਥਿਆ ਭਾਵਨਾ ਸਮਝ ਕੇ ਰੱਖਦਾ ਵੀ ਇਹ ਸੰਸਾਰ ਝੂਠਾ ਹੀ ਹੈ। ਹਾਂਜੀ, ਸੁੱਖ ਭਾਵਨਾ ਸਤ ਅਤੇ ਬ੍ਰਹਮ ਗਿਆਨੀ ਆਪਣੇ ਜਿਹੜਾ ਸੁੱਖ ਸਰੂਪ, ਸੁੱਖ ਦੇਣ ਵਾਲਾ, ਦਾਤ ਦਾ ਅਰਥ ਦੇਣ ਵਾਲਾ, ਸੁੱਖ ਦੇਣ ਵਾਲਾ ਜੋ ਆਤਮਾ ਹੈ ਉਹਦੇ ਵਿੱਚ ਆਪਣੀ ਭਾਵਨਾ ਹਮੇਸ਼ਾ ਸੱਚੀ ਰੱਖਦਾ ਬ੍ਰਹਮ ਗਿਆਨੀ। ਇਹ ਗਿਆਨੀ ਦੀ ਅਵਸਥਾ। ਗਿਆਨ ਭਾਵਨਾ ਕਰਮ ਕਰ, ਅਤੇ ਕਰਮ ਉਹ ਕਰਦਾ ਹੈ, ਜੋ ਵੀ ਕਰਮ ਕਰਦਾ ਹੈ ਹਾਂਜੀ ਉਹ ਗਿਆਨ ਭਾਵਨਾ, ਇਹ ਉਹ ਜਿਹੜਾ ਕਰਮ ਕਰਦਾ ਨਿਸ਼ਕਾਮ ਕਰਮ ਕਰਨੇ, ਜੋ ਵੀ ਕਰਮ ਕਰਨੇ ਉਸਨੇ ਨਿਸ਼ਕਾਮ ਕਰਮ ਕਰਨੇ ਆ। ਇਸ ਤਰ੍ਹਾਂ ਬ੍ਰਹਮ ਗਿਆਨੀ ਦੀ ਜਿਹੜੀ ਭਾਵਨਾ ਉਹ ਗਿਆਨ ਦੀ ਭਾਵਨਾ ਹੁੰਦੀ, ਗਿਆਨ ਵਾਲੀ ਭਾਵਨਾ ਹੁੰਦੀ, ਇੱਛਾ ਹੁੰਦੀ। ਨਿਸ਼ਚੈ ਸਕਲ ਨਾ ਸਤ, ਅਤੇ ਨਿਸ਼ਚੈ ਹੀ ਸਕਲ ਨਾ ਸਤ, ਇਹਨਾਂ ਨੂੰ ਨਿਸ਼ਚੈ ਕਰਕੇ ਸਾਰਿਆਂ ਨੂੰ ਸੱਚੇ ਨਹੀਂ ਸਮਝਦਾ। ਨਿਸ਼ਚੈ ਕਰਕੇ ਸਕਲ ਨਾ ਸਤ, ਸਾਰਿਆਂ ਨੂੰ ਸੱਚਾ ਨਹੀਂ ਸਮਝਦਾ ਬ੍ਰਹਮ ਗਿਆਨੀ। ਗਿਆਨ ਕਰਮ ਨਿਸ਼ਕਾਮ ਕਰਮ ਕਰਦਾ, ਗਿਆਨ ਦੀ ਭਾਵਨਾ ਰੱਖ ਕੇ ਉਹਨੂੰ ਪਤਾ ਕਰਮਾਂ ਦਾ ਵੀ ਆਪਾਂ ਕੋਈ ਫਲ ਨਹੀਂ ਲੈਣਾ, ਸੰਸਾਰ ਦੁੱਖ ਰੂਪ ਹੈ, ਮਿੱਥਿਆ ਮੰਨਦਾ, ਉਹਨੂੰ ਪਤਾ ਵੀ ਇਹ ਜਿਹੜਾ ਸੰਸਾਰ ਦੁੱਖ ਰੂਪ ਹੈ, ਮਿੱਥਿਆ ਮੰਨਣਾ ਇਹ ਵੀ ਇੱਕ ਜਿਹੜਾ ਹੈ ਉਹ ਵੀ ਕਲਪਨਾ ਹੀ ਹੈ, ਕਿਉਂਕਿ ਜੋ ਹੈ ਨਹੀਂ ਉਹਨੂੰ ਮਿੱਥਿਆ ਵੀ ਕੀ ਮੰਨਣਾ। ਸੁੱਖ ਦੀ ਭਾਵਨਾ ਸਤ, ਆਤਮਾ ਨੂੰ ਸਤ ਸਰੂਪ ਮੰਨਣਾ, ਇਹ ਜਿਹੜੀ ਭਾਵਨਾ ਹੈ ਉਹ ਵੀ ਉਸ ਨੂੰ ਸੱਚ ਨਹੀਂ ਮੰਨਦਾ, ਕਿਉਂਕਿ ਸੱਚ ਤਾਂ ਮੰਨਿਆ ਜਾਵੇ ਜੇ ਕੋਈ ਝੂਠ ਹੋਵੇ, ਜਦੋਂ ਝੂਠ ਹੀ ਕੋਈ ਨਹੀਂ ਹੈ ਇਹ ਸੱਚ ਕੀ ਮੰਨਣਾ, ਕਿਉਂਕਿ ਸੰਸਾਰ ਜਦੋਂ ਹੈ ਹੀ ਕੋਈ ਨਹੀਂ ਹੈ ਫਿਰ ਸੱਚ ਵੀ ਕਿਹਨੂੰ ਕਹਿਣਾ, ਝੂਠ ਹੋਵੇ ਤਾਂ ਸੱਚ ਹੈ, ਸੱਚ ਹੋਵੇ ਤਾਂ ਝੂਠ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦੀ ਭਾਵਨਾ ਹੁੰਦੀ ਹੈ। ਹਾਂ, ਇੱਦਾਂ ਵੀ ਆ ਵੀ ਕਰਮ ਕਰਦਾ ਬ੍ਰਹਮ ਗਿਆਨੀ ਨਿਸ਼ਕਾਮ ਕਰਮ ਗਿਆਨ ਦੀ ਭਾਵਨਾ ਨਾਲ, ਅਤੇ ਨਿਸ਼ਚੈ ਜਾਣਦਾ ਸਕਲ ਨਾ ਸੱਚ, ਸਤ ਸਭ ਕੁਝ ਸਾਰਾ ਸਤ ਨਹੀਂ ਹੈ। ਇਸ ਤਰ੍ਹਾਂ ਵਿਦਵਾਨ ਜਨ ਇਹਦੇ ਅਰਥ ਕਈ ਦੇ ਕਈ ਬਣਾ ਕੇ ਲਾ ਲੈਂਦੇ। ਸ਼ੁਭ ਗੁਣ ਅਵਸਰ ਕੇ ਪੜੇ, ਸ਼ੁਭ ਗੁਣ ਚੰਗੇ ਗੁਣ, ਦੈਵੀ ਗੁਣ, ਵਿਦਿਆ ਹੁਨਰ ਕਲਾ, ਕੁਝ ਹੀ ਸਮਝ ਲਓ। ਚੰਗੇ ਗੁਣ ਵਿਦਿਆਈ ਪੜ੍ਹਾਈ ਹੁਨਰ, ਵੇਲੇ ਦੇ ਥੋੜ੍ਹੇ ਜਿੰਨੇ ਪੜ੍ਹੇ ਹੋਏ ਵੀ ਇੱਜ਼ਤ ਦਿਵਾਉਂਦੇ, ਸੋਭਾ ਮਿਲਦੀ। ਹੁਣ ਸ਼ੁਭ ਗੁਣ ਅਵਸਰ ਕੇ ਪੜੇ, ਸ਼ੁਭ ਕਹੀਏ ਸ੍ਰੇਸ਼ਟ ਗੁਣ, ਅਵਸਰ ਕਹੀਏ ਸਮੇਂ, ਕੇ ਦਾ ਅਰਥ ਦੇ, ਸਮੇਂ ਦੇ, ਪੜੇ ਹੋਣ। ਹਾਂਜੀ, ਸੋਭਾਵੰਤ ਮਨਾਕ, ਉਹ ਸੋਭਾਵੰਤ ਕਈ ਦੇਣ ਵਾਲੇ ਹੁੰਦੇ ਹੀ ਹੁੰਦੇ। ਹਾਂਜੀ, ਚੰਗੇ ਗੁਣ ਜਿਹੜੇ ਨਾ ਅਵਸਰ ਕਹੀਏ ਸਮੇਂ ਦੇ, ਮੌਕੇ ਦੇ, ਥੋੜ੍ਹੇ ਜਿਹੇ ਮੌਕੇ 'ਤੇ ਪੜ੍ਹੇ ਹੋਣ ਨਾ, ਸੋਭਾਵੰਤ ਮਨਾਕ ਕਹੀਏ ਥੋੜ੍ਹੇ ਜਿਹੇ ਵੀ ਜੇ ਕਿਤੇ ਪੜ੍ਹੇ ਹੋਣ, ਕੋਈ ਪੜ੍ਹਾਈ ਹੁਨਰ ਕਲਾ ਸਿੱਖੀ ਹੋਵੇ, ਚੰਗੇ ਗੁਣ ਧਾਰਨ ਕੀਤੇ ਹੋਣ ਸਮੇਂ ਦੇ, ਮੌਕੇ ਦੇ ਸਮੇਂ ਜਦੋਂ ਆਪਣਾ ਸਮਾਂ ਸੀ ਪੜ੍ਹੇ ਹੋਏ ਹੋਣ, ਅਤੇ ਸੋਭਾਵੰਤ ਉਹ ਸੋਭਾ ਵਾਲੇ ਕਰ ਹੀ ਦਿੰਦੇ, ਉਹ ਸੋਭਾ ਦੇਣ ਵਾਲੇ ਹੀ ਹੁੰਦੇ। ਭਾਵ ਵੇਲੇ ਦੇ ਪੜ੍ਹੇ ਹੋਏ ਥੋੜ੍ਹੇ ਗੁਣ ਹੁਨਰ ਵੀ ਸੋਭਾ ਦੇ ਦਿੰਦੇ ਆ, ਕਿਸੇ ਨਾ ਕਿਸੇ ਸਮੇਂ ਕੰਮ ਆ ਕੇ ਸਤਿਕਾਰ ਦਵਾ ਹੀ ਜਾਂਦੇ। ਕਿਤੇ ਆਪਾਂ ਕਹਿੰਦੇ ਹੀ ਹਾਂ ਨਾ, ਕੋਈ ਦੱਸਦੇ ਜਾਂਦੇ ਚੰਗਾ ਕੀਤਾ ਵੇਲਾ ਤੂੰ ਪੜ੍ਹਿਆ ਸੀ ਥੋੜ੍ਹਾ ਬਹੁਤਾ, ਤੇਰਾ ਦਿਮਾਗ ਕੰਮ ਕਰ ਹੀ ਗਿਆ। ਹਾਂਜੀ, ਚੰਗੇ ਗੁਣ ਸਮੇਂ ਦੇ ਲਿਖੇ ਹੋਏ ਮਨੁੱਖ ਨੂੰ ਸੋਭਾ ਵਾਲੇ ਕਰ ਦਿੰਦੇ ਆ। ਮਨਾਕ ਦਾ ਅਰਥ ਹੁੰਦਾ ਥੋੜ੍ਹਾ, ਠੀਕ ਹੈ ਜੀ, ਥੋੜ੍ਹਾ ਜਿੰਨਾ, ਥੋੜ੍ਹੀ ਜਿਹੀ ਵੀ, ਜਾਂ ਥੋੜ੍ਹਾ ਜਿੰਨਾ ਪੜ੍ਹਿਆ, ਥੋੜ੍ਹਾ ਜਿੰਨਾ ਵੀ ਕੋਈ ਹੁਨਰ ਸਿੱਖਿਆ। ਹਾਂਜੀ,
ਤੇ ਅਵਸਰ ਦਾ ਅਰਥ ਇਸ ਮੌਕਾ ਹੀ ਲਾਉਣਾ ਵਾ ਅਸਲ ਵਿੱਚ। ਚੰਗੇ ਗੁਣ ਜਿਹੜੇ ਮੌਕੇ 'ਤੇ ਪੜ੍ਹੇ ਹੋਏ, ਚੰਗੇ ਗੁਣ ਨੇ ਜਿਹੜੇ ਪੜ੍ਹੇ ਹੋਏ, ਉਹ ਮੌਕੇ ਅਵਸਰ ਕੇ ਕਹੀਏ ਮੌਕੇ 'ਤੇ ਜਦੋਂ ਮੌਕਾ ਕਿਤੇ ਆ ਜੇ ਅਤੇ ਉਹ ਆਪਾਂ ਨੂੰ ਜਿਹੜਾ ਸੋਭਾ ਵਾਲਾ ਕਰ ਹੀ ਦਿੰਦੇ। ਸੋਭਾ ਮਤਲਬ ਕਿ ਇੱਜ਼ਤ ਵਾਲਾ, ਸਨਮਾਨ ਵਾਲਾ ਕਰ ਹੀ ਦਿੰਦੇ ਆ, ਭਾਵੇਂ ਮਨਾ ਕਈ ਥੋੜ੍ਹਾ ਜਿਹਾ ਕਿਉਂ ਨਾ ਪੜ੍ਹਿਆ ਹੋਵੇ, ਕੋਈ ਹੁਨਰ ਕਿਉਂ ਨਾ ਹੋਵੇ, ਕੋਈ ਕਲਾ ਕਿਉਂ ਨਾ ਹੋਵੇ। ਗਮਨ ਕਾਲ ਬਾ ਮਾਂਗ ਜਿਉਂ, ਹੁਣ ਥੋੜ੍ਹਾ ਇੱਕ ਦੁਨਿਆਵੀ ਪ੍ਰਮਾਣ ਜਿਹਾ ਦੇ ਕੇ ਜਿਹਨੂੰ ਲੋਕ ਮੰਨਦੇ ਆ ਅਤੇ ਉਹਦੇ ਨਾਲ ਜੋੜ ਕੇ ਥੋੜ੍ਹਾ ਦੱਸ ਰਹੇ। ਗਮਨ ਕਾਲ ਬਾ ਮਾਂਗ ਜਿਉਂ ਵੀ ਹਿੰਦੂ ਮਤ ਦੇ ਵਿਸ਼ਵਾਸ ਅਨੁਸਾਰ ਦ੍ਰਿਸ਼ਟਾਂਤ ਜਿਹਾ ਦਿੰਦੇ ਆ। ਜਿਉਂ ਕਹੀਏ ਜਿਵੇਂ ਕਿਸੇ ਕਾਰਜ ਨੂੰ, ਗਮਨ ਕਹੀਏ ਤੁਰਨ, ਕਾਲ ਕਹੀਏ ਸਮੇਂ, ਤੁਰਨ ਸਮੇਂ, ਬਾਮ ਆਂਗ, ਬਾਮ ਆਂਗ ਇਹਦਾ ਭਾਵ ਬਾਮ ਕਈ ਖੱਬਾ, ਆਂਗ ਕਈ ਅੰਗ, ਖੱਬਾ ਅੰਗ ਕੀ ਖੱਬੇ ਪਾਸੇ। ਹਾਂਜੀ ਹਾਂ, ਜਿਵੇਂ ਕਿਸੇ ਕਾਰਜ ਨੂੰ ਗਮਨ ਕਹੀਏ ਜਾਣ ਵੇਲੇ ਜਾਂ ਤੁਰਨ, ਕਾਲ ਕਹੀਏ ਸਮੇਂ, ਬਾਮ ਅੰਗ ਕਹੀਏ ਖੱਬੇ ਅੰਗ ਖੱਬੇ ਪਾਸੇ। ਮੰਗਲ ਗਰਤਬ ਵਾਗ, ਅਤੇ ਗਰਤਬ ਕਹੀਏ ਖੋਤੇ ਦੇ, ਵਾਗ ਕਹੀਏ ਬੋਲ, ਭਾਵ ਖੋਤਾ ਹਿਣਕ ਪਵੇ ਤਾਂ ਉਹਨੂੰ ਮੰਗਲ ਰੂਪ ਸਮਝਿਆ ਜਾਂਦਾ, ਉਹਨੂੰ ਚੰਗਾ ਸਮਝਿਆ ਜਾਂਦਾ। ਜਦੋਂ ਕਿਤੇ ਕੰਮ ਨੂੰ ਜਾਈਏ ਅਤੇ ਖੱਬੇ ਪਾਸਿਓਂ ਜੇ ਕਿਤੇ ਖੋਤਾ ਹਿਣਕ ਪਵੇ ਨਾ, ਉਹਨੂੰ ਹਿੰਦੂ ਮਤ ਦੇ ਸ਼ਾਸਤਰਾਂ ਅਨੁਸਾਰ ਮੰਗਲ ਰੂਪ ਮੰਨਿਆ ਵੀ ਚੰਗਾ ਮੰਨਿਆ, ਵੀ ਸਗਨ ਹੀ ਅਵਸਗਨ ਨਹੀਂ। ਅਤੇ ਇਵੇਂ ਹੀ ਚੰਗੇ ਸਮੇਂ ਦਾ ਥੋੜ੍ਹਾ ਕੁ ਸਿੱਖਿਆ ਗੁਣ ਬਹੁਤ ਫਲੀਭੂਤ ਹੋ ਜਾਂਦਾ। ਇਸ ਲਈ ਸ਼ੁਭ ਗੁਣ ਭਾਈ ਸਿੱਖਣੇ ਚਾਹੀਦੇ ਆ। ਇਹ ਤਾਂ ਇੱਕ ਗੁਣ ਦੀ ਗੱਲ ਕੀਤੀ ਆ, ਜਿਸ ਨੇ ਗੁਣੀ ਗੁਣ ਸਿੱਖੇ ਹਨ ਉਸ ਦੀ ਮਹਿਮਾ ਕੀ ਕਹਿ ਸਕਦੇ ਹਾਂ। ਉਹ ਮਹਿਮਾ ਤੇ ਭਾਈ ਬੇਅੰਤ ਹੀ ਬੇਅੰਤ ਆ। ਜਿਵੇਂ ਤੁਰਨ ਵੇਲੇ ਖੱਬੇ ਹੱਥ ਗਦਾ ਹਿਣ ਕੇ ਬੋਲੇ ਤਾਂ ਸ਼ੁਭ ਮੰਨਿਆ ਜਾਂਦਾ। ਇਹ ਪੁਰਾਣਕ ਖਿਆਲ ਆ। ਮੰਗਲ ਕਹੀਏ ਖੁਸ਼ੀਆਂ, ਮੰਗਲ ਕਹੀਏ ਮੰਗਲ ਰੂਪ ਅਤੇ ਸ਼ੁਭ ਸ਼ਗਨ ਮੰਨਿਆ ਜਾਂਦਾ, ਸੁਖਦਾਈ ਹੁੰਦਾ। ਹਾਂਜੀ ਚੰਗਾ ਹੁੰਦਾ। ਗਰਤਬ ਵਾਗ ਖੋਤੇ ਦਾ ਹਿਣਕਿਆ, ਵਾਗ ਕਹੀਏ ਬੋਲਿਆ, ਖੋਤੇ ਦਾ ਬੋਲਿਆ ਕੀ ਹਿਣਕਿਆ, ਉਹ ਮੰਗਲ ਰੂਪ ਸੁਖਦਾਈ ਚੰਗਾ ਖੁਸ਼ੀਆਂ ਵਾਲਾ ਹੁੰਦਾ ਵਾ। ਜੇ ਕਿਸੇ ਆਪਾਂ ਕੰਮ ਨੂੰ ਜਾਈਏ, ਕਿਸੇ ਬੰਨੇ ਤੁਰਨ ਲੱਗੀਏ, ਜਿਉਂ ਕਹੀਏ ਜਿਵੇਂ ਗਮਨ ਕਹੀਏ ਤੁਰਨ ਲੱਗਿਆਂ, ਕਾਲ ਕਹੀਏ ਸਮੇਂ ਤੁਰਨ ਸਮੇਂ, ਤੁਰਨ ਵੇਲੇ। ਬਾਮ ਆਂਗ, ਬਾਮ ਆਂਗ ਜਾਂ ਬਾਮ ਅੰਗ ਜਿਹੜਾ ਕੰਨੇ ਵਿੱਚੋਂ ਬਿੰਦੀ ਨਿਕਲ ਜਾਣੀ ਹੈ, ਕੰਨੇ ਵਿੱਚੋਂ ਆੜਾ ਨਿਕਲ ਜਾਣਾ, ਬਿੰਦੀ ਟਿੱਪੀ ਹੋ ਜਾਣੀ, ਬਾਮ ਅੰਗ ਭਾਵ ਖੱਬਾ ਅੰਗ ਭਾਵ ਖੱਬਾ ਪਾਸਾ ਖੁਸ਼ੀ ਵਾਲਾ ਮੰਨਿਆ ਜਾਂਦਾ। ਇਸੇ ਤਰ੍ਹਾਂ ਵੇਖੋ ਉਹਦੇ ਇੱਕ ਹੀ ਗੁਣ ਆ ਸ਼ੁਭ ਗੁਣ। ਸ਼ੁਭ ਗੁਣ ਸਿੱਖੇ ਹੋਣ, ਸ਼ੁਭ ਗੁਣ ਸਿੱਖੇ ਹੋਣ, ਫਿਰ ਅਵਸਰ ਕਹੀਏ ਮੌਕੇ 'ਤੇ ਪੜ੍ਹੇ ਹੋਈਏ ਆਪਣੇ, ਜਦੋਂ ਮੌਕਾ ਸੀ ਸਮਾਂ ਸੀ, ਮਨਾ ਕਹੀਏ ਥੋੜ੍ਹਾ ਜਿਹਾ ਵੀ ਉਹ ਸੋਭਾ ਵਾਲਾ ਕਰ ਹੀ ਦਿੰਦਾ, ਕੰਮ ਆ ਹੀ ਜਾਂਦਾ। ਸੋ ਸ਼ੁਭ ਗੁਣ 'ਤੇ ਪੜ੍ਹਾਈ ਕਰਨੀ ਚਾਹੀਦੀ ਆ। ਇਹ ਪੰਡਿਤ ਹਰਦਿਆਲ ਜੀ ਵੱਲੋਂ ਸਿੱਖਿਆ ਜਿਹੜੀ ਆ ਸਾਨੂੰ ਦਿੱਤੀ ਜਾ ਰਹੀ ਹੈ। ਸਵਈਆ ਜਬ ਭਾਨ ਉਦੈ ਦਿਸ ਪਸਚਮ ਹੈ। ਹੁਣ ਜਬ ਕਹੀਏ ਜਦੋਂ, ਭਾਨ ਕਹੀਏ ਸੂਰਜ, ਪਸਚਮ ਦੇਸ ਕਹੀਏ ਦਿਸ਼ਾ ਵੱਲੋਂ, ਉਦੇ ਪ੍ਰਗਟ ਹੋਇਆ ਕਹੀਏ ਹੋ ਜਾਵੇ। ਹੁੰਦਾ ਤਾਂ ਨਹੀਂ ਹੈ, ਹੁੰਦਾ ਤਾਂ ਪੂਰਬ ਵੱਲੋਂ ਚੜ੍ਹਦਾ ਪੱਛਮ 'ਚ ਡੁੱਬਦਾ। ਕਹਿੰਦੇ ਜਦ ਕਿ ਜਿਹੜਾ ਸੂਰਜ ਆ ਉਹ ਉਹਦੇ ਪ੍ਰਗਟ ਹੋ ਜਾਵੇ ਪੱਛਮ ਦਿਸ਼ਾ ਵੱਲੋਂ। ਪੁਨ ਮੇਰ ਚੱਲੇ ਅਤਿ ਸਹਿਜ ਹੀ, ਫਿਰ ਵੇਖੋ ਮੇਰ ਕਹੀਏ ਸਮੇਰ ਪਰਬਤ ਵੀ ਅਚਲ ਬਣਿਆ, ਚੱਲਦਾ ਚੁਲਦਾ ਤਾਂ ਹੈ ਨਹੀਂ। ਫਿਰ ਕਹਿੰਦੇ ਸਮੇਰ ਪਰਬਤ ਵੀ ਚੱਲਣ ਲੱਗ ਪਵੇ, ਚਲਾਇਮਾਨ ਹੋ ਜਾਏ। ਅਤਿ ਕਰਕੇ ਕਹੀਏ ਬਹੁਤ ਤੇਜ਼ੀ ਨਾਲ ਹੀ, ਜਬ ਹੀ ਕਹੀਏ ਜਦੋਂ ਹੀ,
ਜਦ ਵੀ ਜਦੋਂ ਹੀ ਚਲਾਇਮਾਨ ਹੋ ਜਾਵੇ। ਕਹਿੰਦੇ ਇਸ ਵਿੱਚ ਵੀ ਕੋਈ ਅਚਰਜ ਨਹੀਂ, ਏਡੀ ਵੱਡੀ ਗੱਲ ਨਹੀਂ ਹੈ, ਹੋ ਸਕਦਾ। ਸ਼ਕਤੀਆਂ ਸਿੱਧੀਆਂ ਨਾਲ ਹੀ ਚੀਜ਼ਾਂ ਹੋ ਸਕਦੀਆਂ। ਉਂਝ ਤਾਂ ਇਹੋ ਹੀ ਆ ਵੀ ਸੂਰਜ ਨਾ ਤਾਂ ਚੱਲਦਾ ਹੀ ਆ, ਸੂਰਜ ਜਿਹੜਾ ਵਾ ਉਹ ਤਾਂ ਪੱਛਮ ਵੱਲੋਂ ਤਾਂ ਚੜ੍ਹਦਾ ਨਹੀਂ। ਇਸ ਸਵਈਏ ਵਿੱਚ ਦੱਸਣਾ ਇਹ ਚਾਹੁੰਦੇ ਆ ਵੀ ਮਹਾਤਮਾ ਦੇ ਜਿਹੜੇ ਬਚਨ ਆ ਨਾ ਉਹ ਅਟੱਲ ਝੂਠ ਨਹੀਂ ਹੁੰਦੇ। ਹਾਂਜੀ, ਸਵਾਸ ਸਵਾਸ ਜਿਹੜੇ ਨਾਮ ਜਪਣ ਵਾਲੇ ਸੰਤ ਆ ਉਹਨਾਂ ਦੇ ਬਚਨ ਹਮੇਸ਼ਾ ਹੀ ਅਟੱਲ ਆ। ਉਹ ਨਹੀਂ ਆਪਣੇ ਬਚਨਾਂ ਸੰਤ ਜਿਹੜੇ ਆ ਛਿੜਕਦੇ। ਆਹ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ ਹੋ ਤਾਂ ਸਕਦੀਆਂ ਉਲਟੀਆਂ ਸਿੱਧੀਆਂ, ਪਰ ਸੰਤਾਂ ਦੇ ਬਚਨ ਹਮੇਸ਼ਾ ਉੱਤਮ ਹੀ ਰਹਿੰਦੇ ਆ। ਹੁਣ ਜਦੋਂ ਵੀ ਸੂਰਜ ਪੱਛਮ ਦਿਸ਼ਾ ਵੱਲੋਂ ਚੜ੍ਹ ਪਵੇ ਅਤੇ ਪਰ ਇੱਦਾਂ ਹੁੰਦਾ ਨਹੀਂ, ਸੂਰਜ ਪੂਰਬ ਦਿਸ਼ਾ ਵਾਲੇ ਪਾਸਿਓਂ ਚੜ੍ਹਦਾ, ਪਰੰਤੂ ਮੰਨ ਲਓ ਕਿ ਸੂਰਜ ਜਿਹੜਾ ਹੈ ਉਹ ਆਪਣੀ ਦਿਸ਼ਾ ਬਦਲ ਕੇ ਅਤੇ ਮੰਨ ਲਓ ਵੀ ਪੂਰਬ ਵੱਲੋਂ ਤਾਂ ਚੜ੍ਹਦਾ ਹੀ ਚੜ੍ਹਦਾ ਵਾ, ਮੰਨ ਲਓ ਪੱਛਮ ਵੱਲੋਂ ਵੀ ਚੜ੍ਹ ਪਵੇ। ਕਹਿੰਦੇ ਇਹ ਵੀ ਕੋਈ ਵੱਡੀ ਗੱਲ ਨਹੀਂ, ਸੱਚ ਹੋ ਸਕਦਾ, ਸ਼ਕਤੀ ਸਿੱਧੀ ਨਾਲ ਹੋ ਸਕਦਾ। ਹੁਣ ਸੁਮੇਰ ਪਰਬਤ ਆ ਉਹ ਚੱਲਦਾ ਚੁੱਲਦਾ ਨਹੀਂ ਹੈ, ਪਰੰਤੂ ਜੇ ਧੁੰਦ ਲੱਗ ਪਵੇ ਤਾਂ ਸੱਚ ਹੀ ਆ। ਕਹਿੰਦੇ ਹਾਂਜੀ ਕੋਈ ਗੱਲ ਨਹੀਂ, ਚੱਲ ਸਕਦਾ। ਮੰਨ ਲਓ ਵੀ ਹੋ ਹੀ ਗਿਆ ਹੈ, ਹੋ ਸਕਦਾ। ਕਹਿੰਦੇ ਜੇ ਚੱਲ ਵੀ ਪੈਂ ਤਾਂ ਕੋਈ ਵੱਡੀ ਗੱਲ ਨਹੀਂ ਹੈ। ਗਿਰ ਸਰਿੰਗ ਸਿਲਾ ਜਬ ਹੈ ਪਦਮਾ। ਹੁਣ ਜਬ ਦਾ ਅਰਥ ਜੇਕਰ ਵੀ ਲਾਉਣਾ ਜਾਂ ਭਾਵੇਂ ਕਹਿੰਦੇ ਵੀ ਸੂਰਜ ਉਹਦੇ ਪੱਛਮ ਦਿਸ਼ਾ ਵੱਲੋਂ ਹੋ ਜਾਵੇ। ਫਿਰ ਸੁਮੇਰ ਪਰਬਤ ਵੀ ਅਤਿਸ਼ੈ ਕਰਕੇ ਜਬ ਹੀ ਕਹੀਏ ਜਦੋਂ ਵੀ ਇਹ ਚੱਲੇ ਕਈ ਚਲਾਇਮਾਨ ਹੋ ਜਾਏ। ਜਬ ਹੀ ਦਾ ਅਰਥ ਇਹੋ ਹੀ ਲਾਉਣਾ ਵਾ। ਜਬ ਹੀ ਦਾ ਅਰਥ ਵੀ ਜੇਕਰ, ਹਾਂਜੀ, ਅਤੇ ਜੇਕਰ ਉਹ ਵੀ ਚੱਲ ਪਵੇ, ਕਿਉਂਕਿ ਉੱਤੇ ਜਬ ਦਾ ਅਰਥ ਜੇਕਰ ਹੋ ਗਿਆ, ਭਾਵੇਂ ਹੋ ਗਿਆ, ਥੱਲੇ ਦਾ ਜਿਹੜਾ ਲਾਉਣਾ ਜਬ ਹੀ ਪਾਠ ਇਕੱਠਾ ਹੀ ਕਰ ਲੈਣਾ। ਜੇਕਰ ਕਹਿੰਦੇ ਸੁਮੇਰ ਪਰਬਤ ਵੀ ਅਤਿਸ਼ੈ ਕਰਕੇ ਚਲਾਇਮਾਨ ਹੋ ਜਾਵੇ, ਤੇਜ਼ ਹੀ ਚੱਲੇ, ਇਹਦੇ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ ਹੈ, ਹੋ ਸਕਦਾ, ਸੱਚ ਹੋ ਸਕਦਾ। ਗਿਰ ਸਰਿੰਗ ਸਿਲਾ ਜਬ ਹੋਇਆ ਪਦਮਾ। ਜਬ ਫਿਰ ਭਾਵ ਜੇਕਰ ਭਾਵੇਂਗੇ। ਕਹਿੰਦੇ ਗਿਰ ਪਹਾੜ ਦੀ ਜਿਹੜੀ ਸਰਿੰਗ ਚੋਟੀ ਆ, ਚੋਟੀ 'ਤੇ ਜਿਹੜੀ ਸਿਲਾ ਆ ਉਹ ਬੜੀ ਸਖਤ ਕਰੜੀ ਹੁੰਦੀ ਹੈ, ਅਤੇ ਉਹਦੇ ਉੱਪਰ ਕਹਿੰਦੇ ਕੀ ਹੋ ਜਾਵੇ, ਕੀ ਭਾਣਾ ਵਰਤ ਜਾਵੇ। ਹੋਇਆ ਪਦਮਾ, ਹੋ ਜਾਵੇ ਪਦਮਾ ਕਹੀਏ ਕਮਲ ਫੁੱਲ, ਉਹ ਪੈਦਾ ਹੋ ਜਾਵੇ। ਹੋ ਤਾਂ ਨਹੀਂ ਸਕਦਾ, ਪੱਥਰ ਵਿੱਚ ਕਮਲ ਫੁੱਲ ਹੋ ਨਹੀਂ ਸਕਦਾ, ਕਿਉਂਕਿ ਚਿੱਕੜ 'ਚ ਹੁੰਦਾ। ਕਹਿੰਦੇ ਜੇ ਮਾਨੋ ਹੋ ਹੀ ਜਾਵੇ, ਜੇਕਰ ਪਦਮਾ ਕੰਵਲ ਫੁੱਲ ਹੋ ਜਾਵੇ, ਗਿਰ ਪਹਾੜ ਦੀ ਸਰਿੰਗ ਚੋਟੀ ਦੀ ਸਿਲਾ ਪੱਥਰ ਦੇ ਉੱਪਰ, ਕੋਈ ਵੱਡੀ ਗੱਲ ਨਹੀਂ। ਇਹ ਆਪਣੀ ਮਰਿਆਦਾ ਬਦਲ ਸਕਦੇ। ਅਗਨੀ ਅਤ ਸੀਤਲ ਹੋਇਆ ਕਬਹੀ। ਅਤੇ ਅਗਨੀ ਗਈਏ ਅੱਗ, ਅਤ ਅਤਿਅੰਤ ਕਰਕੇ ਬੜੀ ਗਰਮੈਸ਼ ਵਾਲੀ, ਗਰਮੀ ਵਾਲੀ ਹੁੰਦੀ ਹੈ। ਕਹਿੰਦੇ ਜੇ ਮਨ ਉਹ ਅਗਨੀ ਵੀ ਅਤਿਅੰਤ ਸੀਤਲ ਕਹੀਏ, ਠੰਡੀ ਹੋਇਆ ਕਹੀਏ ਹੋ ਜਾਵੇ, ਕਬ ਹੀ ਕਹੀਏ ਕਦੇ, ਜੇਕਰ ਕਦੇ ਅਗਨੀ ਅੱਗ ਵੀ ਅਤ ਕਰਕੇ ਸੀਤਲ ਠੰਡੀ ਹੋਇਆ ਕਹੀਏ ਹੋ ਜਾਵੇ। ਕਹਿੰਦਾ ਇਹ ਵੀ ਕੋਈ ਅਚਰਜ ਗੱਲ ਨਹੀਂ ਹੈ। ਪੰਡਿਤ ਹਰਦਿਆਲ ਜੀ ਇਹ ਬੜੇ ਨਿਸ਼ਚੇ ਨਾਲ ਸੰਤਾਂ ਦੀ ਮਹਿਮਾ ਕਹਿਣੀ ਚਾਹੁੰਦੇ ਹੈ। ਕਹਿੰਦੇ ਹੋ ਜਾਵੇ, ਹੋ ਸਕਦੀ, ਸੱਚ ਹੋ ਸਕਦਾ, ਸ਼ਕਤੀਆਂ ਨਾਲ ਹੋਇਆ ਹੀ ਹੈ। ਸਤਿਗੁਰੂ ਸਮੇਂ ਵੀ ਅੱਗ ਠੰਡੀ ਪੈ ਗਈ ਸੀ। ਸਭ ਕੇ ਅਤ ਸਾਜਨ ਸੰਤ ਜਨਾ। ਪਰ ਜਿਹੜੇ ਕਹਿੰਦੇ ਸਭ ਕੇ ਸਾਰਿਆਂ ਦੇ, ਕੇਦਾਤ ਦੇ ਸਾਰਿਆਂ ਦੇ, ਅਤ ਕਈ ਅਤਿਅੰਤ, ਸਾਜਨ ਪਿਆਰੇ, ਸੱਜਣ ਸੰਤ, ਜਨਾ ਕਹੀਏ ਜਨ ਹਨ। ਜਿਹੜੇ ਸਾਰਿਆਂ ਦੇ ਅਤਿਅੰਤ ਸੱਜਣ ਸੰਤ ਪਿਆਰੇ ਹੈ ਨਾ, ਸੰਤ ਜਨ, ਵੈ ਝੂਠ ਗਿਰਾ ਨਾ ਕਹਿ ਕਬਹੀ। ਕਹਿੰਦੇ ਜਿਹੜੇ ਅਸਲੀ ਸੰਤ ਹੁੰਦੇ ਆ, ਵਹਿ ਕਹੀਏ ਉਹ ਕਬ ਕਹੀਏ ਕਦੇ ਵੀ,
ਜਿਹੜਾ ਆਪਣੀ ਗਿਰਾ ਬਾਣੀ ਤੋਂ ਜਿਹੜਾ ਝੂਠ ਆ ਉਹ ਝੂਠ ਨਾ ਨਹੀਂ ਕਹੇ ਕਹੀਏ ਕਹਿੰਦੇ, ਨਹੀਂ ਬੋਲਦੇ ਕਦੀ ਵੀ ਉਹ ਸੰਤ ਝੂਠ ਨਹੀਂ ਬੋਲਦੇ। ਭਾਵ ਉਪਰੋਕਤ ਦ੍ਰਿਸ਼ਟਾਂਤ ਜਿਹੜੇ ਦਿੱਤੇ ਆ ਦੋਵਾਂ ਤੁਕਾਂ ਦੇ ਵਿੱਚ ਬੜੇ ਵਿਸਥਾਰ ਵਾਲੇ ਤੇ ਬੜੇ ਡੂੰਘੇ। ਕਹਿੰਦੇ ਜੇਕਰ ਉਹ ਆਪਣੀ ਮਰਿਆਦਾ ਵੀ ਬਦਲ ਦੇਣ, ਉਲਟੇ ਹੋ ਕੇ ਚੱਲਣ ਲੱਗ ਪੈਣ, ਉਲਟੀ ਗੰਗਾ ਵਹਾ ਦੇਣ, ਇਸ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ, ਉਹ ਬਦਲ ਸਕਦੇ। ਉਹਨਾਂ ਨੂੰ ਅਸੀਂ ਕਹਿ ਸਕਦੇ ਬਦਲ ਸਕਦੇ ਆ, ਪਰ ਸੰਤ ਜਨ ਕਦੇ ਵੀ ਆਪਣੀ ਮਰਿਆਦਾ ਤੋਂ ਉਲਟ ਨਹੀਂ ਹੁੰਦੇ। ਉਹ ਆਪਣੇ ਪ੍ਰਾਣ ਤਾਂ ਤਿਆਗ ਦਿੰਦੇ ਆ, ਪਰ ਕਦੇ ਵੀ ਝੂਠ ਨਹੀਂ ਬੋਲਦੇ। ਕਿਉਂਕਿ ਸਾਧਾਂ ਦੇ ਬਚਨ, ਕਿਉਂਕਿ ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਏਕੈ ਕਾਮ। ਪਰਮੇਸ਼ਰ ਸੱਚ ਸਰੂਪ ਝੂਠ ਨਹੀਂ ਬੋਲਦਾ। ਸੰਤ ਤੇ ਪਰਮੇਸ਼ਰ ਇੱਕ ਰੂਪ ਹੈ, ਜਿਸ ਕਰਕੇ ਸੰਤ ਵੀ ਕਦੀ ਝੂਠ ਨਹੀਂ ਬੋਲਦੇ। ਕਬੀਰ ਸੰਤ ਨਾ ਛਾਡੈ ਸੰਤਈ। ਭਗਤ ਕਬੀਰ ਜੀ ਕਹਿੰਦੇ ਆ, ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੇ ਅਸੰਤ। ਜੇ ਕਰੋੜਾਂ ਉਹਨਾਂ ਨੂੰ ਅਸੰਤ ਲੋਕ ਮਿਲ ਜਾਣ ਨਾ, ਝੂਠੇ ਫਰੇਬੀ ਠੱਗੀ ਚੋਰੀ ਯਾਰੀ ਵਾਲੇ, ਤਾਂ ਵੀ ਆਪਣਾ ਮਰਿਆਦਾ ਨਹੀਂ ਛੱਡਦੇ। ਮੁਲੇ ਆਗਰ ਭੁਯੰਗਮ ਬੇਟਿਓ, ਜਿਵੇਂ ਚੰਦਨ ਸੱਪ ਦੇ ਨਾਲ ਲਪੇਟਿਆ ਹੁੰਦਾ ਤਾਂ ਸੀਤਲ ਦਾ ਨਤ ਜੰਦ। ਉਹ ਸੱਪ ਜ਼ਹਿਰ ਵਾਲੇ ਗਰਮ ਆ, ਉਹਨਾਂ ਨੂੰ ਵੇਖ ਕੇ ਵੀ ਉਹ ਸਭ ਗਰਮ ਆ ਜ਼ਹਿਰ ਵਾਲੇ, ਪਰ ਚੰਦਨ ਆਪਣੀ ਸ਼ੀਤਲਤਾ ਨਹੀਂ ਛੱਡਦਾ। ਸੰਤ ਵੀ ਆਪਣੇ ਸੁਭਾਅ ਨਹੀਂ ਛੱਡਦੇ। ਬਾਰ ਬਿੱਛੂ ਕੋ ਡੰਗ ਮਰਾ ਕੇ ਉਹਨੂੰ ਜਲ ਤੋਂ ਬਾਹਰ ਕੱਢਿਆ ਸੀ। ਆਪਣੀ ਮਰਿਆਦਾ ਸੰਤ ਜਿਹੜੇ ਆ ਉਹ ਆਪਣੀ ਸੰਤਤਾਈ ਨਹੀਂ ਛੱਡਦੇ। ਤਜ ਭ੍ਰਾਂਤ ਹਿਰਦੈ ਤਰ ਸੰਤ ਗਿਰਾ, ਇਸ ਲਈ ਹੈ ਭਾਈ ਭ੍ਰਾਂਤ ਕਹੀਏ ਭੁਲੇਖੇ ਨੂੰ, ਤਜ ਕਹੀਏ ਤਿਆਗ ਕਰਕੇ। ਹਿਰਦੇ ਦੇ ਵਿੱਚ ਨਾ ਤੂੰ ਆਪਣੇ ਹਿਰਦੇ ਅੰਦਰ ਸੰਤ ਜਿਹੜੇ ਸੰਤਾਂ ਦੀ ਗਿਰਾ ਕਹੀਏ ਬਾਣੀ ਆ, ਉਹਨਾਂ ਨੂੰ ਧਾਰ ਕਹੀਏ ਧਾਰਨ ਕਰ। ਇਹ ਭਾਈ ਆਪਣੇ ਹਿਰਦੇ ਵਿੱਚ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ, ਉਹ ਭ੍ਰਾਂਤ ਕਹੀਏ ਭਰਮ ਛੱਡ ਕੇ ਨਾ ਤਿਆਗ ਕੇ ਸੰਤਾਂ ਦੀ ਬਾਣੀ ਹਿਰਦੇ ਵਿੱਚ ਧਾਰ। ਸਾਧਨਾ ਕੀ ਅੰਮ੍ਰਿਤ ਬਾਣੀ ਹੁੰਦੀ, ਪ੍ਰਭ ਜੀ ਵਸੈ ਸਾਧਗੀ ਰਸਨਾ। ਉਹ ਸਾਧੂ ਸੰਤਾਂ ਦੀ ਰਸਨਾ ਤੇ ਪਰਮੇਸ਼ਰ ਵਸਦਾ। ਉਹ ਬਾਣੀ ਆਪਣੇ ਹਿਰਦੇ ਵਿੱਚ ਧਾਰ। ਸਭ ਤੇ ਉੱਚੇ ਜਾਣੀਏ ਹੈ, ਉਹ ਸਾਰਿਆਂ ਤੋਂ ਉੱਚੇ ਹੁੰਦੇ ਸੰਤ। ਸਭ ਤੇ ਉੱਚੇ ਜਾਣੀਏ ਹੈ, ਉਹਨਾਂ ਦੇ ਨਾਲ ਤੂੰ ਮਿਲ ਕੇ ਰਹਿ। ਸੰਤ ਸਹਾਈ ਜੀ ਕੇ ਭਵ ਜਲ ਤਾਰਨਹਾਰ। ਉਹ ਜੀ ਦੇ ਸਹਾਇਤਾ ਕਰਨ ਵਾਲੇ ਸਹਾਈ ਵੀ ਆ, ਸੰਸਾਰ ਤੋਂ ਤਾਰਨ ਵਾਲੇ ਵੀ ਆ। ਸਭ ਦੇ ਉੱਚੇ ਜਾਣੀਏ ਹੈ, ਨਾਨਕ ਨਾਮ ਪਿਆਰ। ਸਭ ਤੋਂ ਉੱਚੇ ਜਾਣ, ਉਹਨਾਂ ਦਾ ਪਰਮੇਸ਼ਰ ਦੇ ਨਾਮ ਨਾਲ ਪਿਆਰ ਆ। ਅਤੇ ਜਿਨ ਜਾਣਿਆ ਸੇਈ ਤਰੇ, ਜਿਨ੍ਹਾਂ ਨੇ ਜਾਣਿਆ ਸੰਤਾਂ ਨੂੰ ਉੱਚੇ ਅਤੇ ਪਰਮੇਸ਼ਰ ਨੂੰ ਉੱਚੇ, ਉਹ ਤਰੇ ਸੇ ਸੂਰੇ ਸੇ ਵੀਰ। ਉਹੀ ਸੂਰਮੇ ਉਹੀ ਵੀਰ ਭਰਾ ਆ। ਹਾਂਜੀ, ਇਸ ਕਰਕੇ ਸੰਤਾਂ ਦੀ ਬਾਣੀ ਹਿਰਦੇ ਵਿੱਚ ਧਾਰ। ਸੋ ਸਮਾਂ ਅਬ ਹੀ 3 ਵਾਰੀ ਇਹਨਾਂ ਨੇ ਲਿਖਿਆ। ਕਹਿੰਦੇ ਹੇ ਭਾਈ ਸੋ ਕਹੇ ਸੋ ਉਹ ਸਮਾਂ ਜਿਹੜਾ ਵੇਲਾ ਇਸ ਮਨੁੱਖਾ ਜਨਮ ਵਿੱਚ ਆਪ ਹੀ ਕਹੀਏ ਹੁਣ ਹੀ ਹੈ, ਆਪ ਹੀ ਕਹੀਏ ਹੁਣ ਹੀ ਹੈ, ਆਪ ਹੀ ਕਹੀਏ ਹੁਣ ਹੀ ਹੈ। ਕਹਿੰਦੇ ਉਹ ਸਮਾਂ ਹੋਣੀ ਆ। ਉਹ ਸਮਾਂ ਮਨ ਕਰਕੇ ਦੇ ਹੋਣੀ ਆ, ਬਾਣੀ ਕਰਕੇ ਵੀ ਹੋਣੀ ਆ, ਸਰੀਰ ਕਰਕੇ ਵੀ ਹੋਣੀ ਆ। ਤਗੜਿਆਂ ਹੋ ਕੇ ਸੰਤਾਂ ਦੇ ਬਚਨ ਮੰਨਿਆ ਕਰ, ਆਪਣਾ ਜੀਵਨ ਸਫਲਾ ਕਰ। ਇਹ ਵਿਚਾਰ ਪੰਡਤ ਹਰਦਿਆਲ ਜੀ ਜਿਹੜੇ ਆ ਸਿੱਖਿਆ ਦੇ ਰਾਹੀਂ ਸੰਤਾਂ ਦੀ ਮਹਿਮਾ ਕੀਤੀ ਆ, ਚੰਗੇ ਬਚਨ ਦੱਸ ਰਹੇ ਆ। ਅੱਗੇ ਜਿਹੜੇ ਰਹਿੰਦੇ ਛੰਦ ਆ, 4 ਛੰਦ ਹੋਰ ਆ, ਕਿਉਂਕਿ ਇਸ ਵਿੱਚ ਸੰਪੂਰਨ ਛੰਦ 11 ਆ। 7 ਦੀ ਵਿਆਖਿਆ ਆਪਾਂ ਕਰ ਲਈ ਆ, ਅਤੇ ਜਿਹੜੇ ਰਹਿੰਦੇ ਛੰਦਾਂ ਦੀ ਵਿਆਖਿਆ ਬਾਅਦ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇੱਥੇ ਸਮਾਪਤੀ ਹੁਣ ਕਰਨੀ। ਸਭ ਕੇ ਅਤ ਸਾਜਨ ਸੰਤ ਜਨਾ, ਵੈ ਝੂਠ ਗਿਰਾ ਨਾ ਕਹਿ ਕਬਹੀ। ਅਜ ਭ੍ਰਾਂਤ ਹਿਰਦੈ ਤਰ ਸੰਤ ਗਿਰਾ, ਸੋ ਸਮਾਂ ਅਬ ਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।